परम सम्मान जो गुरु प्यारे गुरु सवारे सत्संगी जनों, साहब जी की बख्शिश की फतेह की सांझ करिए। वाहिगुरु जी का खालसा, वाहिगुरु जी की फतेह। सिख मिशनरी कॉलेज लुधियाना वालों चल रही ऑनलाइन क्लास विच आप सारिਆਂ ਨੂੰ जी आया। हर बुधवार ਅਸੀਂ फिलॉसफी ਦੇ ਵਿਸ਼ੇ ਦੇ ਉੱਤੇ ਵਿਚਾਰਾਂ ਸਾਂਝੀਆਂ ਕਰਦੇ ਹਾਂ और विषय की सेवा भी ਤੇਜਿੰਦਰ ਸਿੰਘ जी दिल्ली तो निभाते हैं। अज उन्हों का जो विषय है सिक्खी एक विलक्षण विचारधारा वो साडे नाल साझा कर रहे हैं। मैं बेनती कर रहा हूँ तੇਜਿੰਦਰ ਸਿੰਘ जी ਨੂੰ अपना विषय शुरू करन। सिक्खी एक विलक्षण विचारधारा। वाहिगुरु जी का खालसा, वाहिगुरु जी की फतेह। एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। वाहिगुरु 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 वाहिगुरु। वाहिगुरु जी का खालसा, वाहिगुरु जी की फतेह। सिख मिशनरी कॉलेज लुधियाना दी गुरमत क्लास USA ਦੇ ਨਾਲ ਜੁੜ ਰਹੇ ਦੇਸ਼ਾਂ ਵਿਦੇਸ਼ਾਂ ਤੋਂ ਗੁਰਮੁਖ ਵੀਰ ਔਰ ਭੈਣਾਂ ਨੂੰ ਇਸ ਕਲਾਸ ਦੇ ਵਿੱਚ ਜੀ ਆਇਆਂ ਕਹਿੰਦੇ ਹੋਇਆਂ, ਅੱਜ ਦਾ ਜੋ ਸਬਜੈਕਟ ਦਾਸ ਨੂੰ ਅਲਾਟ ਹੋਇਆ ਹੈ ਉਸ ਬਾਰੇ ਆਪ ਜੀ ਨਾਲ ਵਿਚਾਰਾਂ ਕਰਨ ਤੋਂ ਪਹਿਲਾਂ ਐਟ ਏ ਗਲਾਂਸ ਅਸੀਂ ਦੇਖੀਏ ਕਿ ਅੱਜ ਅਸੀਂ ਕੀ ਵਿਚਾਰ ਜਿਹੜੇ ਹਨ ਆਪ ਜੀ ਨਾਲ ਸਾਂਝੇ ਕਰਨੇ ਹਨ। ਕਿ ਧਰਮ ਜਿਹੜਾ ਹੈ, ਸਿੱਖ ਧਰਮ ਇੱਕ ਜੀਵਨ ਜਾਚ ਹੈ। ਧਰਮ ਜੀਵਨ ਜਾਚ ਦੇ ਸਿਖਲਾਈ ਕੇਂਦਰ ਹਨ। ਪੁਜਾਰੀ ਵਰਗ ਜਾਂ ਪ੍ਰੋਤਵਾਦ ਨਹੀਂ ਹੈ, ਕੇਵਲ ਇੱਕ ਅਕਾਲ ਪੁਰਖ ਦੀ ਪੂਜਾ ਹੈ। ਦੇਹਧਾਰੀ ਗੁਰੂ ਪੰਥ ਨਹੀਂ ਹੈ, ਸ਼ਬਦ ਗੁਰੂ ਦਾ ਸਿਧਾਂਤ ਹੈ। ਜੀਵਨ ਮੁਕਤੀ ਸਿੱਖ ਧਰਮ ਚੜ੍ਹਦੀ ਕਲਾ ਅਤੇ ਸੰਘਰਸ਼ ਦਾ ਮਾਰਗ ਹੈ। ਸਿੱਖ ਧਰਮ ਵਿੱਚ ਕੌਮਪੰਥੀ ਤੇ ਗੁਰੂ ਹੋਣ ਦਾ ਸਿਧਾਂਤ ਪੰਜ ਪਿਆਰਾ ਸਿਧਾਂਤ ਹੈ। ਵਿਲੱਖਣ ਅਰਦਾਸ ਸਮੁੱਚੇ ਸੰਸਾਰ ਲਈ ਹੈ। ਇਸ ਨੂੰ ਨੋਟ ਕਰ ਲੈਣਾ ਵੀਰ ਜੀ ਕਿ ਦੁਨੀਆ ਅੰਦਰ ਕੋਈ ਐਸੀ ਹੋਈ ਅਰਦਾਸ ਨਹੀਂ ਹੈ ਜੋ ਆਪਣੇ ਨੂੰ ਛੱਡ ਕਰਕੇ ਕਿਸੇ ਹੋਰ ਦੇ ਵਾਸਤੇ ਵੀ ਹੋਵੇ। ਭਾਵ ਸਮੁੱਚੇ ਸੰਸਾਰ ਵਾਸਤੇ ਆਲਮਗੀਰੀ ਜਿਹੜੀ ਹੈ ਅਰਦਾਸ ਹੈ ਉਹ ਸਿੱਖ ਪੰਥ ਕਰਦਾ ਹੈ, ਭਾਵੇਂ ਕੋਈ ਉਸ ਨੂੰ ਮੰਨਦਾ ਹੈ ਤੇ ਭਾਵੇਂ ਕੋਈ ਉਸ ਨੂੰ ਨਹੀਂ ਮੰਨਦਾ ਹੈ। ਵਿਲੱਖਣ ਅਰਦਾਸ ਹੈ, ਸਮੁੱਚੇ ਸੰਸਾਰ ਲਈ ਹੈ। ਜਾਤ ਪਾਤ ਦਾ ਖੰਡਨ ਹੈ, ਜਾਤ ਪਾਤ ਦੇ ਵਿੱਚ ਵਿਸ਼ਵਾਸ ਨਹੀਂ ਹੈ। ਮਾਨਸ ਕੀ ਜਾਤ ਸਭੇ ਇੱਕ ਹੈ, ਪਹਿਚਾਨ ਬੋ ਦਾ ਸਿਧਾਂਤ ਹੈ। ਇਸਤਰੀ ਮਰਦ ਦੀ ਬਰਾਬਰੀ ਹੈ। ਇਹ ਕਿਸੇ ਹੋਰ ਧਰਮ ਦੇ ਵਿੱਚ ਐਸਾ ਸਿਧਾਂਤ ਨਹੀਂ ਹੈ। ਇਹ ਯੂਨੀਕ ਹੈ, ਇੱਕ ਵਿਲੱਖਣ ਸਿਧਾਂਤ ਹੈ ਸਿੱਖੀ ਦੇ ਅੰਦਰ ਕਿ ਮਰਦ ਜਿਹੜੀ ਹੈ ਉਹ ਉਹੀ ਕੰਮ ਕਰ ਸਕਦੀ ਹੈ, ਇਸਤਰੀ ਉਹੀ ਕੰਮ ਕਰ ਸਕਦੀ ਹੈ ਜੋ ਮਰਦ ਵੀ ਕਰ ਸਕਦਾ ਹੈ। ਤੇ ਮਰਦ ਨੂੰ ਔਰ ਇਸਤਰੀ ਨੂੰ ਦੋਨਾਂ ਨੂੰ ਹੀ ਪ੍ਰਚਾਰ ਕਰਨ ਦਾ ਜਿਹੜਾ ਹੈ ਉਹ ਅਧਿਕਾਰ ਹੈ ਔਰ ਉਹਨਾਂ ਨੇ ਕੀਤਾ ਵੀ ਹੈ। ਆਰਥਿਕ ਵਿਚਾਰਧਾਰਾ, ਦਸਵੰਧ, ਕਾਲ, ਕਮਾਈ, ਲੰਗਰ, ਵੰਡ ਛਕਣਾ ਆਦਿ। ਸੇਵਾ ਦਾ ਕੰਸੈਪਟ ਹੈ ਬਿਨਾਂ ਭੇਦਭਾਵ ਦੇ, ਬਿਨਾਂ ਕਿਸੇ ਪੇਮੈਂਟ ਦੇ ਜਾਂ ਸੈਲਰੀ ਦੇ। ਭਗਤੀ ਔਰ ਸ਼ਕਤੀ ਦਾ ਸੁਮੇਲ ਹੈ। ਧਰਮ ਤੇ ਰਾਜਨੀਤੀ ਮੀਰੀ ਪੀਰੀ। ਤੋ ਇਹ ਜੋ ਐਟ ਏ ਗਲਾਂਸ ਅਸੀਂ ਜੋ ਸਿੱਖੀ ਨੂੰ ਵਿਲੱਖਣ ਵਿਚਾਰਧਾਰਾ ਦੇ ਐਂਗਲ ਤੋਂ ਅਸੀਂ ਵਿਚਾਰਨੇ ਹਨ ਉਹ ਆਪ ਜੀ ਦੇ ਸਾਹਮਣੇ ਮੈਂ ਬਰੀਫ ਜੇ ਰੱਖੇ ਹਨ। ਤੋ ਆਓ ਅਸੀਂ ਇਸ ਵਿਚਾਰ ਨੂੰ ਅੱਗੇ ਤੋਰੀਏ ਕਿ ਸਿੱਖ ਧਰਮ ਦੀ ਵਿਚਾਰਧਾਰਾ ਇੱਕ ਵਿਲੱਖਣ ਅਤੇ ਨਵੇਕਲੀ ਵਿਚਾਰਧਾਰਾ ਹੈ। ਨਿਆਰੀ ਤੇ ਮੌਲਕ ਤੇ ਸੁਤੰਤਰ ਵਿਚਾਰਧਾਰਾ ਹੈ। ਕਿਸੇ ਪੁਜਾਰੀ ਪੁਰਾਣੀ ਵਿਚਾਰਧਾਰਾ ਵਿੱਚ ਸੋਧ ਸੁਧਾਈ ਕਰਕੇ ਜਾਂ ਵੱਖ-ਵੱਖ ਵਿਚਾਰਧਾਰਾਵਾਂ ਦੇ ਮਿਸ਼ਰਣ ਤੋਂ ਨਹੀਂ ਬਣੀ ਹੈ। ਅਨੇਕਾਂ ਐਸੇ ਤੱਤ ਹਨ ਜੋ ਪੁਰਾਣੇ ਧਰਮਾਂ ਦੀਆਂ ਵਿਚਾਰਧਾਰਾਵਾਂ ਵਿੱਚ ਨਹੀਂ ਹਨ। ਅਨੇਕਾਂ ਪੁਰਾਣੇ ਵਿਸ਼ਵਾਸਾਂ, ਮਰਿਆਦਾਵਾਂ, ਰਹੁ ਰੀਤਾਂ ਤੇ ਕਰਮ ਕਾਂਡਾਂ ਨੂੰ ਜ਼ੋਰਦਾਰ ਸ਼ਬਦਾਂ ਦੇ ਅੰਦਰ ਰੱਦ ਕੀਤਾ ਹੈ। ਇਹ ਕ੍ਰਾਂਤੀਕਾਰੀ ਵਿਚਾਰਧਾਰਾ ਹੈ। ਇਸ ਲਈ ਸਿੱਖ ਵਿਚਾਰਧਾਰਾ ਨੂੰ ਕ੍ਰਾਂਤੀਕਾਰੀ ਵਿਚਾਰਧਾਰਾ ਵੀ ਕਿਹਾ ਜਾਂਦਾ ਹੈ। ਸੰਸਾਰ ਨੂੰ ਅਸਲੋਂ ਨਵੀਆਂ
ਕਦਰਾਂ ਕੀਮਤਾਂ ਜਿਹੜੀਆਂ ਹਨ ਉਹ ਸਿੱਖ ਧਰਮ ਨੇ ਦਿੱਤੀਆਂ ਹਨ। ਮਨੁੱਖੀ ਜੀਵਨ ਦੇ ਅਧਿਆਤਮਕ, ਸਦਾਚਾਰਕ, ਸਮਾਜਕ, ਆਰਥਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਇਨਕਲਾਬ ਲਿਆਂਦਾ ਇਸ ਸਿੱਖੀ ਦੀ ਵਿਲੱਖਣ ਵਿਚਾਰਧਾਰਾ ਨੇ। ਹਰ ਤਰ੍ਹਾਂ ਦੀ ਗੁਲਾਮੀ, ਪੁਜਾਰੀ ਵਰਗ ਦੀ ਗੁਲਾਮੀ, ਰਾਜ ਸੱਤਾ ਦੀ ਗੁਲਾਮੀ ਆਦਿ ਦੇ ਵਿਰੁੱਧ ਜਿਹੜੀ ਹੈ ਆਵਾਜ਼ ਚੁੱਕੀ ਹੈ। ਸਮਾਜ ਦੀਆਂ ਗਲਤ ਕਦਰਾਂ ਕੀਮਤਾਂ, ਰੀਤਾਂ, ਰਿਵਾਜਾਂ ਨੂੰ ਉਹਨਾਂ ਨੂੰ ਰੱਦ ਕੀਤਾ ਹੈ ਅਤੇ ਅਤਿਆਚਾਰੀ ਰਾਜਿਆਂ ਦੀ ਗੁਲਾਮੀ ਨੂੰ ਪਰਾਂ ਵਗਾ ਕੇ ਸੁੱਟਿਆ। ਵਿਦੇਸ਼ੀਆਂ ਦੀ ਗੁਲਾਮੀ ਤੋਂ ਖਲਾਸੀ ਤੇ ਆਪਣਾ ਰਾਜ ਕਾਇਮ ਕੀਤਾ। ਸੈਂਕੜੇ ਵਰਿਆਂ ਦੀ ਵਿਦੇਸ਼ੀ ਗੁਲਾਮੀ ਤੋਂ ਖਲਾਸੀ ਪਾਈ ਤੇ ਅੰਤ ਵਿੱਚ ਆਪਣਾ ਖਾਲਸਾ ਰਾਜ ਜਿਹੜਾ ਹੈ ਉਹ ਕਾਇਮ ਕੀਤਾ। ਸਿੱਖ ਵਿਚਾਰਧਾਰਾ ਨੇ ਬੁਜ਼ਦਿਲਾਂ ਵਿੱਚੋਂ ਬਹਾਦਰ ਤੇ ਜੰਗੀ ਜਰਨੈਲ ਪੈਦਾ ਕੀਤੇ। ਫੋਕਟ ਕਰਮ ਕਾਂਡੀਆਂ ਵਿੱਚੋਂ ਪ੍ਰਭੂ ਦੇ ਸੱਚੇ ਸੁੱਚੇ ਭਗਤ ਤੇ ਸਮਾਜ ਸੁਧਾਰਕ ਪੈਦਾ ਕੀਤੇ। ਜਿਨ ਕੀ ਜਾਤ ਗੋਤ ਕੁਲਮਾਹੀ, सरदारी ना पई कदाही, तिन्हीं को सरदार बनाऊं, राज करण की रीत सगाऊं। इन गरीब सिखन को देव पातशाही, याद करे हमरी गुरियाई। ये धन गुरु गोबिंद सिंह पातशाह दे ਜਿਹੜੇ ਹਨ ਸੰਦੇਸ਼ ਹਨ। ਅੰਧ ਵਿਸ਼ਵਾਸਾਂ ਵਿੱਚੋਂ ਗਿਆਨਵਾਨ ਤੇ ਕਰਨੀ ਵਾਲੇ ਵਿਦਵਾਨ ਪੈਦਾ ਕੀਤੇ। ਗੁਲਾਮੀ ਦੀਆਂ ਜੰਜੀਰਾਂ ਨਾਲ ਜਕੜੇ ਹੋਏ ਮਨੁੱਖਾਂ ਵਿੱਚੋਂ ਆਦਰਸ਼ਕ ਰਾਜੇ ਪੈਦਾ ਕੀਤੇ। ਸਿੱਖ ਵਿਲੱਖਣ ਵਿਚਾਰਧਾਰਾ ਦੇ ਅੰਗ ਇਸ ਪ੍ਰਕਾਰ ਹਨ। ਧਰਮ ਇੱਕ ਜੀਵਨ ਜਾਚ ਹੈ। ਇਹ ਕੋਈ ਡੌਗਮਾਸ ਨਹੀਂ ਹਨ, ਇਹ ਕੋਈ ਬਲੀਫ ਨਹੀਂ ਹੈ, ਇਹ ਪ੍ਰੈਕਟੀਕਲ ਜਿਹੜੇ ਧਰਮ ਹੈ ਜਿਸ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ। ਉਸ ਜੀਵਨ ਨੂੰ ਬਣਾ ਕਰਕੇ ਉਸ ਜੀਵਨ ਨੂੰ ਮਨੁੱਖ ਮਾਤਰ ਵਾਸਤੇ ਉਹਦੇ ਭਲੇ ਲਈ ਵਰਤਣਾ ਹੈ। ਔਰ ਇਸ ਤਰ੍ਹਾਂ ਕਰਦਿਆਂ ਹੋਇਆਂ ਸੇਵਾ ਔਰ ਸਿਮਰਨ ਦੇ ਰਾਹੀਂ ਅਸੀਂ ਉਸ ਪ੍ਰਮਾਤਮਾ ਦੇ ਨਾਲ ਉਹਨਾਂ ਗੁਣਾਂ ਦੀ ਸਾਂਝ ਪਾਉਣੀ ਹੈ ਔਰ ਫਿਰ ਪ੍ਰਮਾਤਮਾ ਦੇ ਨਾਲ ਅਭੇਦ ਹੋਣਾ ਹੈ, ਜੀਵਨ ਮੁਕਤ ਹੋਣਾ ਹੈ। ਕੇਵਲ ਪੂਜਾ ਵਿਧੀਆਂ, ਧਰਮ ਸਿਧਾਂਤਾਂ ਦਾ ਜਾਂ ਅੰਮ੍ਰਿਤ ਜਾਂ ਰਹੁ ਰੀਤਾਂ ਨੂੰ ਨਿਭਾਉਣ ਦਾ ਨਾਮ ਨਹੀਂ ਹੈ। ਕੇਵਲ ਪੂਜਾ ਵਿਧੀਆਂ, ਧਰਮ ਸਿਧਾਂਤਾਂ ਦਾ ਸੰਗ੍ਰਹਿ ਜਾਂ ਕੁਝ ਰਹੁ ਰੀਤਾਂ ਨੂੰ ਨਿਭਾਉਣ ਦਾ ਨਾਮ ਸਿੱਖ ਧਰਮ ਨਹੀਂ ਹੈ। ਗੁਨਾਹ ਦਾ ਸੰਚਾਰ ਕਰਨਾ, ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਆਪਣੇ ਮਨ ਅੰਦਰ ਦੈਵੀ ਅਤੇ ਨੈਤਿਕ ਗੁਣਾਂ ਦਾ ਸੰਚਾਰ ਕਰਨਾ, ਗੁਰੂ ਉਪਦੇਸ਼ ਅਨੁਸਾਰ ਜੋ ਕਿ ਗੁਰਬਾਣੀ ਦੇ ਅੰਦਰ ਅਥਾਹ ਜਿਹੜੇ ਹਨ ਬੜੇ ਵਿਸਤਾਰ ਦੇ ਨਾਲ ਸਮਝਾ ਕਰਕੇ ਗੁਰੂ ਸਾਹਿਬ ਜੀ ਨੇ ਅੰਕਿਤ ਕੀਤੇ ਹਨ, ਆਪਣੇ ਸਮੁੱਚੇ ਜੀਵਨ ਨੂੰ ਢਾਲਣਾ ਹੈ। ਪਰਿਵਾਰਕ ਸਮਾਜ ਵਿੱਚ ਰਹਿੰਦਿਆਂ ਹੋਇਆਂ ਦੁਨਿਆਵੀ ਫਰਜ਼ ਨਿਭਾਉਂਦਿਆਂ ਪ੍ਰਭੂ ਨਾਲ ਲਿਵ ਲਾਈ ਰੱਖਣੀ ਹੈ ਤੇ ਜੀਵਨ ਨੂੰ ਸਫਲ ਕਰਨਾ ਹੈ। ਭਾਵ ਆਪਣੇ ਪਰਿਵਾਰ ਨੂੰ ਛੱਡ ਕੇ ਬਾਹਰ ਜੰਗਲਾਂ ਬਿਆਬਾਨਾਂ ਦੇ ਵਿੱਚ ਉਸ ਪਰਮਾਤਮਾ ਨੂੰ ਲੱਭਣ ਵਾਸਤੇ ਨਹੀਂ ਜਾਣਾ। ਨਾ ਹੀ ਕੋਈ ਕਠਿਨ ਕਰਮ ਕਾਂਡ ਕਰਨੇ ਹਨ, ਨਾ ਕੋਈ ਕਠਿਨ ਜਿਹੜੇ ਹਨ ਤਪ ਕਰਨੇ ਹਨ, ਜਲ ਧਾਰਾਵਾਂ ਕਰਨੀਆਂ ਹਨ, ਪੁੱਠੇ ਲਟਕਣਾ ਹੈ ਜਾਂ ਧੂਣੀਆਂ ਤਾਣੀਆਂ ਹਨ ਜਾਂ ਗੁਫਾਵਾਂ ਦੇ ਵਿੱਚ ਰਹਿ ਕਰਕੇ ਕਿਤੇ ਬਹਿਣਾ ਹੈ। ਇਸ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਦਾ ਹੋਇਆ ਸੇਵਾ ਸਿਮਰਨ ਵਾਲਾ ਜੀਵਨ ਬਣਾ ਕਰਕੇ ਆਪਣੇ ਜੀਵਨ ਨੂੰ ਨਿਰਵਾਹ ਕਰਨਾ ਹੈ ਔਰ ਆਪਣੇ ਬੱਚਿਆਂ ਨੂੰ ਵੀ ਗੁਰਸਿੱਖੀ ਦੇ ਵਾਲੇ ਪਾਸੇ ਤੋਰਨਾ ਹੈ, ਉਹਨਾਂ ਨੂੰ ਵੀ ਗੁਰਬਾਣੀ ਦੀ ਲਾਗ ਲਗਾਉਣੀ ਹੈ। ਨਾਨਕ ਸਤਿਗੁਰ ਭੇਟਿਐ ਪੂਰੀ ਹੋਵੇ ਜੁਗਤ, ਹਸੰਦਿਆਂ ਖੈਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਕਿ ਆਪਣੇ ਘਰ ਪਰਿਵਾਰ ਨਾਲ ਬੈਠੋ, ਖਾਓ ਪੀਓ, ਚੰਗੇ ਕੱਪੜੇ ਪਾਓ ਔਰ ਚੰਗੇ ਖਾਣੇ ਖਾਓ ਔਰ ਹੱਸਦੇ ਵਸਦੇ ਪਰਿਵਾਰ ਦੇ ਵਿੱਚ ਉਸ ਮੁਕਤੀ ਦੇ ਵਾਲੇ ਪਾਸੇ ਸਾਰੇ ਪਰਿਵਾਰ ਨੂੰ ਦੀਨ ਦਰਾਜ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਸਾਰੇ ਪਰਿਵਾਰ ਨੂੰ ਨਾਲ ਲੈ ਕਰ ਚੱਲਣਾ ਹੈ, ਪਰਿਵਾਰ ਦੀ ਸੁਧਾਈ ਕਰਨੀ ਹੈ ਔਰ ਇਸ ਤਰ੍ਹਾਂ ਪਰਿਵਾਰ ਦੀ ਸੁਧਾਈ ਕਰਦਿਆਂ ਸਮਾਜ ਦੀ ਸੁਧਾਈ ਕਰਨੀ ਹੈ ਔਰ ਸਮਾਜ ਦੀ ਸੁਧਾਈ ਕਰਦਿਆਂ ਇੱਕ ਚੰਗੇ ਜਿਹੜੀ ਸੰਸਾਰ ਦੀ ਜਿਹਦੇ ਅੰਦਰ ਹਲੇਮੀ ਰਾਜ ਹੋਵੇ, ਉਸ ਹਲੇਮੀ ਰਾਜ ਦੇ ਅੰਦਰ ਜਿੱਥੇ ਕੋਈ ਦੁਖੀ ਨਾ ਹੋਵੇ, ਸਾਰੇ ਹੀ ਸੁਖੀ ਵਸਣ, ਉਸ ਦੀ ਕਾਮਨਾ ਕਰਨਾ ਸਿੱਖੀ ਵਿਚਾਰਧਾਰਾ ਦਾ ਇੱਕ ਮੁੱਢਲਾ ਸਿਧਾਂਤ ਹੈ। ਉਦਮ ਕਰੇਂਦਿਆ ਜਿਉ ਤੂੰ, ਸਿੱਖ ਧਰਮ ਆਲਸੀਆਂ ਦਾ ਧਰਮ ਨਹੀਂ ਹੈ, ਨਿਰੇ ਬਹਿ ਕਰਕੇ ਸੂਦਖੋਰੀਆਂ ਦਾ ਧਰਮ ਨਹੀਂ। ਇਹ ਧਰਮ ਜਿਹੜਾ ਹੈ ਉਦਮ ਕਰਨ ਵਾਲਿਆਂ ਵਾਸਤੇ ਹੈ।
ਤਾਂ ਹੀ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਇਆ ਨਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਸਭ ਤੋਂ ਪਹਿਲਾਂ ਆਲਸ ਨੂੰ ਦੂਰ ਕਰ ਅੰਮ੍ਰਿਤ ਵੇਲੇ ਉੱਠ ਕਰਕੇ ਜਦੋਂ ਸਿਮਰਨ ਸਾਧਨਾ ਦੇ ਵਿੱਚ ਲੱਗਦਾ ਹੈ, ਧਰਮਸਾਲ ਦੀ ਸੁਰਤ ਕਰਦਾ ਹੈ, ਤਾਂ ਉਹ ਆਲਸ ਨੂੰ ਤਿਆਗ ਦਿੰਦਾ ਹੈ। तो उद्यम वाला धर्म है। उद्यम करना है लोक भलाई वास्ते, उद्यम करना है परिवार ਨੂੰ ਪਾਲਣ ਵਾਸਤੇ, उद्यम करना है संसारिक भले वास्ते। तो उद्यम करेंदिया जियो तू, कमाउंदिया सुख पुंच, ध्यानदिया तू प्रभु मेल, नानक उतरी चिंत। गुजरी की वार महला पंजवां विच 522 अंक के उपर सतगुरु गुरु अर्जन देव पातशाह जी ने यह सानू उपदेश जिहड़ा है वो दिता है। तो उपरला जिहड़े पंक्ति है वो भी गुरु अर्जन देव महाराज की गुजरी की वार दे विचों ही लाई गई है। तो आओ हुण अगे चलीए असीं कि पूजा स्थान गुरुद्वारे या धर्म स्थान एक ही हन। दूसरे मजहब के जिहड़े धर्म स्थान हैं उन्हां दे विच केवल सिर्फ कर्मकांड सिखाया जाता है, कर्मकांड की ही सिखलाई दी जाती है। लेकिन जो गुरुद्वारा है एक जीवन जाच का सिखलाई केंद्र है। इत्थे पूजा नहीं हुंदी है, पूजा अकाल दी हुंदी है, पर्चा शब्द का होंदा है और दीदार खालसे का होंदा है। तो ये विलक्षण है गुरुद्वारे के अंदर जो धर्म स्थान सिक्खी दे विच प्रवान किया गया है। केवल पूजा का स्थान नहीं, जीवन जाच ते सिखलाई केंद्र है। धर्म सिद्धांतां का प्रचार किया जाता है और प्रैक्टिकल जीवन जिहड़ा है उत्थे किया जाता है। हत्थीं सेवा की जाती है, फर्श की सेवा की जाती है, लंगर की सेवा की जाती है, पंगत की सेवा की जाती है, आए गए गरीब गुरबे की जिहड़ी है दसवंध राही जिहड़ी है वो सेवा की जाती है। धर्म कारजां वास्ते गुरसिख जिहड़े हैं वो दसवंध देंदे हन। ये दसवंध भी जिहड़ा है ये सिक्खी का एक विलक्षण जिहड़ा सिद्धांत है। किसी होर धर्म के अंदर ऐसा सिद्धांत नहीं मिलेगा कि दसवंध जिहड़े हैं गुरसिख देन। हाँ, इस पासे किते ढिलाई हो सकती है, लेकिन सिद्धांतक तौर के उपर ये एक विलक्षण सिद्धांत है जिहड़ा कि सिख धर्म के अंदर केवल है। व्यवहारिक रूप विच अपनाउण दे कारज कीते जांदे हन इन्हां उपरले उपदेशां वास्ते। जात पात अमीरी गरीबी दे वितकरे नूं तोड़न लई संगत ते पंगत दा सिद्धांत, पंगत लंगर बौलियां खूह ते सरोवर बनवाए साझे इशनान वास्ते। इत्थे इतिहास दे विचों एक सानू बड़ी जिहड़ी है प्रेरणादायक जिहड़ी है वो साखी गुरु अमरदास पातशाह जी के समय तो मिलती है कि गोइंदवाल साहब विच हिंदुस्तान का बादशाह अकबर जिहड़ा है वो उन्हां दे दर्शन करन आया। लेकिन गुरु अमरदास पातशाह जी ने कहा कि मेरे दर्शन तां ही हो सकते हैं जेकर आप संगत विच पंगत विच बैठ करके सारिਆਂ ਦੇ बराबर जिहड़ा है वो बैठ करके ऊच नीच का वितकरा छड्ड के तुसीं लंगर छको और फिर लंगर छकन तो बाद फिर आप जी दे नाल मुलाकात जिहड़ी हो सकती है। और अकबर ने इस तरह ही किया। एक बहुत वड्डी जिहड़ी क्रांतिकारी कदम सीगा कि किसी गुरु नानक पातशाह जी ने भी बाबर की अखां दे विच अखां पा के कहा सीगा कि पाप की जांच लै काबलों तो आया, जोरी मंगे दानवे ला लो। उस तो पहला किसी भी सेंटली पर्सन ने, धार्मिक बंदे ने किसी भी राजनीतिक बंदे दे सामने खलोण की जरूरत नहीं सी कीती। उन्हां दे इशारे के उपर अपने जिहड़े हन वो तौर तरीके जिहड़े हन वो बदल गए, लोगों के उपर जुल्म करने शुरू कर दिते, धार्मिक जिहड़ी समाज सी। लेकिन ये गुरु नानक पातशाह ने पहली बारी उस बाबर नूं जाबर किया तो उन्होंने कहा कि तू अपने तरीके तेनों छड़ने पैणगे। तो इस तरह गुरु अमरदास पातशाह जी ने भी उन्होंने कह करके ते जजिया वगैरह वर्गे जिहड़े लगते सन कर लगते सन तीर्थां दे उपर जाण दे, उस दे बारे भी उन्होंने उत्थे जोरदार उन्होंने प्रेरणा की तो उन्होंने दूर करने का उपराला जिहड़ा होया। तो ये जिहड़ी है चीज़ है संगत पंगत ने बराबरी लियांदी, कित्थे राजा ते कित्थे आम इंसान जिहड़ा है वो लंगर दे विच बैठा है। और ऐसी चीज़ हुण तक भी साडे गुरुद्वारियां दे विच चली आंदी है और ये बड़ी मशहूर गल है। रिसेंटली भी कोविड के दौरान भी ये चीज़ देखी गई कि जदों लोगों नूं कितों कुछ खाण नूं नहीं सी मिलदा, कितों कुछ होर हैल्प नहीं सी मिलदी, तो गुरुद्वारे वालियां ने अपने जिहड़े लंगर जिहड़े हन वो खोल दिते ते लंगर दे विच आ करके लंगर छके गए। विलक्षणता इत्थों सानूं नज़र आउंदी है कि जिहड़े भी मैडिकल जिहड़े हन वो हैल्प जिहड़ी है
ਕੋਵਿਡ ਪੇਸ਼ੈਂਟਸ ਨੂੰ ਕੀਤੀ ਗਈ ਆਕਸੀਜਨ ਦੇ ਸਿਲੰਡਰ ਜਿਹੜੇ ਹਨ ਉਹਦਾ ਲੰਗਰ ਵੀ ਲਗਾਇਆ ਗਿਆ। ਤੋ ਇਸ ਚੀਜ਼ ਨੇ ਬੜਾ ਸਿੱਖਾਂ ਦੀ ਜਿਹੜੀ ਹੈ ਉਹ ਇਸ ਨਾਲ ਐਪਰੀਸੀਏਸ਼ਨ ਹੋਈ ਕਿ ਆਪ ਜੀ ਨੇ ਸਾਂਝੀ ਵਾਲਤਾ ਦੇ ਹਿਸਾਬ ਨਾਲ ਕੋਈ ਵੀ ਗੁਰਦੁਆਰੇ, ਕੋਈ ਹਿੰਦੂ ਆ ਜਾਂ ਤੁਰਕ ਆਵੇ, ਕੁਝ ਵੀ ਆਵੇ, ਕਿਸੇ ਵੀ ਧਰਮ ਦਾ ਆਵੇ, ਕਿਸੇ ਮਜ਼ਹਬ ਦਾ ਆਵੇ, ਕਿਸੇ ਕਾਰਨਰ ਤੋਂ ਆਇਆ ਹੋਵੇ, ਉਹ ਸਾਰਿਆਂ ਦੀ ਜਿਹੜੀ ਹੈ ਉਹ ਬਿਨਾਂ ਭੇਦਭਾਵ ਦੇ ਵਿਦਆਊਟ ਡਿਸਕ੍ਰਿਮੀਨੇਸ਼ਨ ਉਹਨਾਂ ਦੀ ਜਿਹੜੀ ਹੈਲਪ ਕੀਤੀ ਹੈ। ਤੋ ਇਹ ਗੁਰਦੁਆਰੇ ਦਾ ਕਨਸੈਪਟ ਹੈ ਜਿਹੜਾ ਸਾਨੂੰ ਸਿੱਖੀ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕਰਨ ਵਿੱਚ ਸਾਡੀ ਅਗਵਾਈ ਕਰਦਾ ਹੈ। ਤੋ ਇਸ ਦੌਰਾਨ ਵੀ ਅਸੀਂ ਦੇਖਿਆ ਕਿ ਜਦੋਂ ਇਹ ਕੋਵਿਡ ਦੇ ਅੰਦਰ ਗੁਰਦੁਆਰਾ ਬੰਗਲਾ ਸਾਹਿਬ ਦੇ ਉੱਪਰ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਸੀਗੀ ਕਿ 1 ਲੱਖ ਜਿਹੜੇ ਹਨ ਉਹ ਲੋਕ ਜਿਹੜੇ ਹਨ ਉਹਨਾਂ ਨੂੰ ਲੰਗਰ ਚਾਹੀਦਾ ਤੇ ਤੁਸੀਂ ਲੰਗਰ ਬਣਾਓ। ਇਸ ਤਰ੍ਹਾਂ ਹੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਵੀ ਜੋ ਗੁਰੂ ਰਾਮਦਾਸ ਜੀ ਦਾ ਲੰਗਰ ਹੈ ਉਹਦੇ ਵਿੱਚ ਵੀ ਇਸ ਤਰੀਕੇ ਨਾਲ ਹੀ ਲੰਗਰ ਬਹੁਤ ਜ਼ਿਆਦਾ ਤਾਦਾਦ ਦੇ ਅੰਦਰ ਬਣਾ ਕਰਕੇ ਜਿਹੜਾ ਹੈ ਲੋੜਵੰਦ ਜਿਹੜੇ ਹਨ ਲੋਕਾਂ ਨੂੰ ਭੇਜਿਆ ਜਾਂਦਾ ਸੀਗਾ। ਤੇ ਇਹ ਇੱਕ ਯੂਨੀਕ ਗੱਲ ਹੈ ਜਿਹੜੀ ਕਿਸੇ ਹੋਰ ਧਰਮ ਦੇ ਅੰਦਰ, ਕਿਸੇ ਹੋਰ ਧਰਮ ਦੇ ਲੋਕਾਂ ਨੇ ਐਸਾ ਕੋਈ ਵੀ ਐਫਰਟ ਜਿਹੜਾ ਹੈ ਉਹ ਜਾਰੀ ਤੌਰ ਦੇ ਉੱਪਰ ਸਾਡੇ ਸਾਹਮਣੇ ਨਹੀਂ ਆਉਂਦਾ ਕਿ ਜਿੱਥੇ ਉਹਨਾਂ ਨੇ ਆਪਣਾ ਜਿਹੜਾ ਹੈ ਉਹ ਛੱਡ ਕਰਕੇ ਤੇ ਅੱਗੇ ਪਹੁੰਚੇ। ਫਿਰ ਇੱਥੇ ਤੱਕ ਵੀ ਨਹੀਂ ਹੈ ਕਿ ਗੁਰੂ ਕਾ ਸਿੰਘ ਨੇ ਆਪਣੀ ਪਰਸਨਲ ਲਾਈਫ ਦੇ ਅੰਦਰ ਵੀ ਕਿ ਜੇ ਕੋਈ ਆ ਗਿਆ ਹੈ ਘਰ ਦੇ ਵਿੱਚ ਆ ਗਿਆ ਹੈ ਤੇ ਉਹਨੂੰ ਬੜੇ ਪ੍ਰੇਮ ਪਿਆਰ ਦੇ ਨਾਲ ਉਸ ਨੂੰ ਜਿਹੜਾ ਹੈ ਲੰਗਰ ਛਕਾਇਆ, ਸੇਵਾ ਕੀਤੀ ਹੈ। ਮੈਦਾਨੇ ਜੰਗ ਦੇ ਅੰਦਰ ਵੀ ਇਹ ਵਿਲੱਖਣ ਵਿਚਾਰਧਾਰਾ ਹੈ, ਵਿਲੱਖਣ ਪ੍ਰੈਕਟੀਕਲ ਐਸਪੈਕਟ ਹੈ ਕਿ ਉਹਨਾਂ ਨੇ ਦੇਖਿਆ ਕਿ ਭਾਈ ਕਨ੍ਹਈਆ ਜੀ ਨੇ ਕਿ ਉਹਨਾਂ ਨੂੰ ਲੜਾਈ ਹੋ ਰਹੀ ਹੈ ਤੇ ਜ਼ਮੀਨ ਤੇ ਡਿੱਗੇ ਪਏ ਹਨ ਤੇ ਦੇਖਿਆ ਕਿ ਦੁਸ਼ਮਣਾਂ ਨੂੰ ਹੀ ਉਹ ਪਾਣੀ ਪਿਆ ਰਿਹਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ ਵੀ ਤੂੰ ਭਾਈ ਕਨ੍ਹਈਆ ਜੀ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਉਹ ਕਹਿਣ ਲੱਗੇ ਵੀ ਜਿੰਨੀ ਦੇਰ ਤੱਕ ਤਾਂ ਉਹਨਾਂ ਦੇ ਹੱਥ ਵਿੱਚ ਤਲਵਾਰ ਹੁੰਦੀ ਹੈ, ਉਹ ਲੜ ਰਹੇ ਹੁੰਦੇ ਹਨ, ਉਹ ਦੁਸ਼ਮਣ ਹੈ ਤੇ ਉਹਦਾ ਟਾਕਰਾ ਸਾਡੇ ਗੁਰਸਿੱਖ ਵੀਰ ਕਰਦੇ ਨੇ, ਲੇਕਿਨ ਜਦੋਂ ਉਹ ਧਰਤੀ ਤੇ ਡਿੱਗ ਪੈਂਦੇ ਨੇ ਉਹ ਮੇਰੇ ਵਾਸਤੇ ਇੱਕ ਆਮ ਜਿਹੜੇ ਹਨ ਉਹ ਇਨਸਾਨ ਹਨ ਔਰ ਮੈਨੂੰ ਉਹਨਾਂ ਵਿੱਚੋਂ ਤੁਹਾਡਾ ਹੀ ਸਰੂਪ ਨਜ਼ਰ ਆਉਂਦਾ ਹੈ ਤੇ ਮੈਂ ਸੇਵਾ ਦਾ ਆਪਣਾ ਕਨਸੈਪਟ ਜਿਹੜਾ ਹੈ ਉਹ ਪੂਰਾ ਕਰ ਰਿਹਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ। ਐਸੀ ਤੁਹਾਨੂੰ ਮਿਸਾਲ ਜਿਹੜੀ ਹੈ ਉਹ ਕਿਤੇ ਹੋਰ ਨਹੀਂ ਮਿਲੇਗੀ। ਇੱਕ ਜਿਹੜੀ ਹੈ ਨਾਈਟਿੰਗੇਲ ਨੇ ਜਿਹੜੀ ਹੈ ਉਹ ਸੇਵਾ ਕੀਤੀ ਤੇ ਉਸ ਦੇ ਨਾਲ ਰੈੱਡ ਕਰਾਸ ਜਿਹੜੀ ਹੈ ਉਹ ਸੰਸਥਾ ਬਣੀ, ਲੇਕਿਨ ਭਾਈ ਕਨ੍ਹਈਆ ਜੀ ਨੂੰ ਉਸ ਤੋਂ ਕਈ ਸਦੀਆਂ ਪਹਿਲਾਂ ਇਹ ਕੰਮ ਆਰੰਭਿਆ ਤੇ ਉਸ ਦਾ ਜਿਹੜਾ ਹੈ ਦੁਨੀਆ ਦੇ ਅੰਦਰ ਭਾਈ ਕਨ੍ਹਈਆ ਜੀ ਦਾ ਨਾਮ ਹੈ। ਲੇਕਿਨ ਇਸ ਵਕਤ ਸਿੱਖਾਂ ਨੇ ਇਸ ਚੀਜ਼ ਨੂੰ ਅੱਗੇ ਤੋਰਿਆ ਹੈ ਕਿ ਕਿਸੇ ਨੂੰ ਵੀ ਇਹ ਨਹੀਂ ਸਿੱਖਿਆ ਕਿ ਕੋਈ ਦੁਸ਼ਮਣ ਹੈ, ਕੋਈ ਕਿਸ ਤਰੀਕੇ ਨਾਲ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਤਾ, ਉਸ ਦੀ ਜਿਹੜੀ ਹੈ ਬਿਰਧ ਬਾਣੀ ਦੀ ਲਾਜ ਰੱਖੀ ਹੈ ਔਰ ਆਪਣਾ ਸੇਵਾ ਦਾ ਜਿਹੜਾ ਕਨਸੈਪਟ ਉਹਨਾਂ ਨੇ ਅੱਗੇ ਤੋਰਿਆ ਹੈ। ਤੋ ਆਓ ਅਸੀਂ ਅੱਗੇ ਦੇਖੀਏ ਕਿ ਨਾਮ ਸੰਸਕਾਰ, ਆਨੰਦ ਕਾਰਜ, ਅੰਮ੍ਰਿਤ ਸੰਚਾਰ, ਅੰਤਮ ਸੰਸਕਾਰ ਅਤੇ ਗੁਰਦੁਆਰੇ ਵਿੱਚ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਹਨ। ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਆਨੰਦ ਕਾਰਜ ਦਾ ਜਿਹੜਾ ਹੈ ਉਹ ਸਿਸਟਮ ਜਿਹੜਾ ਹੈ ਉਹ ਕਿਸ ਤਰ੍ਹਾਂ ਜਿਹੜਾ ਹੈ ਗੁਰਦੁਆਰੇ ਦੇ ਨਾਲ ਸੰਬੰਧ ਕੀਤਾ ਕਿ ਗੁਰੂ ਕੇ ਸਿੱਖ ਨੇ ਆਪਣੇ ਸਾਰੇ ਹੀ ਜਿਹੜੇ ਜੀਵਨ ਦੇ ਕਾਰਜ ਹਨ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਸਾਰੇ ਹੀ ਸੰਗਤ ਔਰ ਪੰਗਤ ਦੇ ਨਾਲ ਕਰਨੇ ਹਨ, ਗੁਰੂ ਦੇ ਆਸ਼ੀਰਵਾਦ ਵਿੱਚ ਕਰਨੇ ਹਨ, ਗੁਰੂ ਦੀ ਪ੍ਰੈਜ਼ੈਂਸ ਵਿੱਚ ਕਰਨੇ ਹਨ। ਤਾਂ ਇਹਦੇ ਨਾਲ ਇੱਕ ਯੂਨਿਟੀ ਦਾ ਜਿਹੜਾ ਕੋਹੇਰੈਂਸ ਜਿਹੜੀ ਹੈ ਉਹ ਜਿਹੜੀ ਪੈਦਾ ਹੁੰਦੀ ਹੈ। ਇਸ ਦੇ ਨਾਲ ਹੀ ਸਕੂਲ ਅਤੇ ਖੇਡਾਂ ਲਈ ਮਲ ਅਖਾੜੇ ਜਿਹੜੇ ਹਨ ਉਹ ਕਾਇਮ ਕੀਤੇ ਜਿਹੜੇ ਹਨ। ਹੁਣ ਜਿਹੜੇ ਗੱਤਕਾ ਦੇ ਜਿਹੜੇ ਸਿੱਖ ਦੇ ਸਿਖਾਉਂਦੇ ਹਨ ਉਹ ਵੀ ਜਿਹੜੇ ਹਨ ਇੱਕ ਸਿੱਖ ਧਰਮ ਦਾ ਇੱਕ ਯੂਨੀਕ ਜਿਹੜਾ ਅੰਗ ਜਿਹੜਾ ਹੈ ਬਣਿਆ ਹੋਇਆ ਹੈ। ਸ਼ਸਤਰ ਵਿਦਿਆ ਦੀ ਸਿਖਲਾਈ ਵੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਫ੍ਰੀडम ਸਟਰਗਲ ਫਰਮ ਗੁਰਦੁਆਰਾਸ, ਧਾਰਮਿਕ ਸੁਧਾਰ ਲਹਿਰਾਂ ਗੁਰਦੁਆਰਿਆਂ ਵਿੱਚੋਂ ਹੀ ਸ਼ੁਰੂ ਹੋਈਆਂ। ਅਕਾਲੀ ਲਹਿਰ ਇਹ ਗੁਰਦੁਆਰਿਆਂ ਵਿੱਚੋਂ ਹੀ ਸ਼ੁਰੂ ਹੋਈਆਂ। ਇਹ ਸਾਰਿਆਂ ਦਾ ਜਿਹੜਾ ਸਟਰਗਲ ਹੈ ਉਹ ਸ਼ੁਰੂਆਤ ਜਿਹੜੀ ਹੈ ਉਹ ਗੁਰਦੁਆਰਿਆਂ ਤੋਂ ਹੋਈ ਹੈ। ਸਿੱਖਾਂ ਨੇ ਇਸ ਵਿੱਚ ਸਭ ਤੋਂ ਵੱਡਾ ਜਿਹੜਾ ਹੈ ਉਹ ਯੋਗਦਾਨ ਪਾਇਆ ਹੈ। ਤੋ ਇਹ ਉਸ ਵਾਸਤੇ ਸਟਰਗਲ ਕਰਨ ਵਾਸਤੇ ਸਾਡੇ ਨਾਲ ਜਿਹੜੇ ਗੁਰੂ ਕੇ ਸਿੱਖ ਹਨ, ਗੁਰੂ ਨਾਨਕ ਪਾਤਸ਼ਾਹ ਹਨ, ਉਸ ਤੋਂ ਬਾਅਦ ਭਾਈ ਬੰਦਾ ਸਿੰਘ ਬਹਾਦਰ ਹਨ, ਮਹਾਰਾਜਾ ਰਣਜੀਤ ਸਿੰਘ ਹਨ, ਹੋਰ ਕਿੰਨੇ ਵੀ ਜਿਹੜੇ ਗੁਰਸਿੱਖ ਵੀਰ ਹਨ, ਜਿਹੜੇ ਭਾਈ ਕਪੂਰ ਸਿੰਘ ਜਿਹੜੇ ਹਨ, ਨਵਾਬ ਕਪੂਰ ਸਿੰਘ ਹਨ, ਉਹਨਾਂ ਬਾਅਦ ਜੱਸਾ ਸਿੰਘ ਆਲੂਵਾਲੀਆ, ਜੱਸਾ ਸਿੰਘ ਰਾਮਗੜੀਆ ਔਰ ਕਿੰਨੇ ਹੀ ਸਿੰਘ ਜਿਹੜੇ ਹਨ ਉਹਨਾਂ ਨੇ ਇਸ ਲੀਹਾਂ ਦੇ ਉੱਪਰ ਚੱਲਦੇ ਹੋਏ ਜਿਹੜਾ ਆਪਣਾ ਜਿਹੜਾ ਹੈ ਫ੍ਰੀडम ਸਟਰਗਲ ਦੇ ਵਿੱਚ ਜਿਹੜਾ ਹੈ ਉਹ ਯੋਗਦਾਨ ਪਾਇਆ ਹੈ। ਤੋ ਇਹ ਸਾਰੇ ਜਿਹੜੇ ਹਨ ਉਹ ਗੁਰੂ ਘਰ ਦੇ ਨਾਲ ਜੁੜੇ ਹੋਣ ਕਰਕੇ ਇੱਕ ਤੱਕ ਗੁਰਦੁਆਰਾ ਸਾਹਿਬ ਨਾਲ ਜੁੜਨ ਕਰਕੇ ਉਹ ਇੱਕ ਸਿੱਖੀ ਵਿਚਾਰਧਾਰਾ ਨਾਲ ਜੁੜਨ ਕਰਕੇ
इन्ने जिहड़े काम उन्होंने कीते हैं। फिर दूसरा है कि सिक्खी दे अंदर पुजारीवाद नहीं है। हालांकि इस वक्त भावें पुजारीवाद जिहड़ा है वो चोरी छिपे जिहड़ा है उसने घर दे इस अंदर सिक्खी दे अंदर सेंध लगाई है, लेकिन सिक्खी दे विच जिहड़ा है पुजारीवाद नहीं है। गुरु के सिख ने आप जिहड़ा है गुरु ग्रंथ साहिब दा पाठ करना है, गुरु ग्रंथ साहिब दा आप प्रकाश करना है, गुरु ग्रंथ साहिब दे विचारधारा नूं आप जगह दे विच फैलाना है, अपने जीवन दे विच उस नूं ढालना है। और इस प्रकार नाल ही धर्मशाला दी जिहड़ी सेवा संभाल है वो भी जिहड़े है गुरु के सिख ने अपनी करनी है। और ऐसे गुरुद्वारे जिहड़े हन वो बाहर भी हन, फॉरेन कंट्री विच भी हन। पिछे जे यूके का भी एग्जाम्पल आया है, दिल्ली विच भी कई ऐसे मैं गुरुद्वारे देखे ने कि जिन्हां अंदर गुरु के सिखां दी ड्यूटी लगती है, अमृत वेले उठ करके आप प्रकाश करते हैं। फिर उन्होंने बच्चे ही स्कूल जाने तो पहला जिहड़ा है वो गुरबाणी का कीर्तन करते हैं। फिर शाम नूं रहरास सोदर दे वेले भी वो कीर्तन करते हैं। और जिहड़े माइयां बीबियां हन, वीर हन, जिहड़े घरां च हुंदे ने वो गुरुद्वारे दी आ करके जिहड़ियां सेवा करते हैं। तो ये जिहड़ा कंसैप्ट है कि पुजारीवाद का सिख धर्म के अंदर स्थान नहीं है, जित तक असीं विचारधारा की जिहड़ी है वो गल कर रहे हैं। सिख धर्म विच ब्राह्मण प्रीस्टरी क्लास की तरह कोई भी विशेष पुजारी जमात नहीं है। एक अकाल पुरख की पूजा है, जिवें कि गुरु गोबिंद सिंह महाराज जी ने सानू ये आदेश दिता सी कि पूजा अकाल की है। पूजा किसी होर दी नहीं करे, पूजा किसी व्यक्ति की नहीं करनी, पूजा किसी दरखत की नहीं करनी, पूजा किसी दरिया की नहीं करनी, पूजा किसी जंड की नहीं करनी, किसी तरीके नाल भी इन्हां चीज़ों तो परे हटाया है। तो पूजा केवल अकाल की है। और परचा जिहड़ा है शब्द का, गुरु शब्द के नाल सारी जान पछाण होनी चाहिए है, क्योंकि गुरु शब्द साडा गुरु है। और दीदार जिहड़ा है वो खालसे दा है, असीं खालसे दा समुचे रूप के अंदर असीं दीदार करना है। तो ये भी जिहड़ा कंसैप्ट है जो गुरु गोबिंद सिंह पातशाह जी ने बख्शिया है, ये भी विलखण है, जिहड़ा कि किसी होर धर्म भी सानू नहीं मिलता। नाम सिमरन जां सिफत सलाह नूं ही प्रवानगी देती है। जिवें असीं कहा किसी होर कर्म कांड नूं करन दी सिखां नूं लोड़ नहीं है। सिख केवल सेवा करे और सिमरन करे। इस सेवा और सिमरन दे खंभा नाल गुरसिੱਖੀ विच उडारी ला करके वो प्रीतम के देश तक पहुंच सकता है, अकाल पुरख दे विच समा सकता है, अपने गुरु दीयां खुशियां जिहड़ी है प्राप्त कर सकता है। अवतारवाद, कुदरतियां शक्तियां, पानी बदल आदि पहाड़ां नूं इन पूजा नहीं करनी है। गुरु के सिख ने दरख्तां, जानवरां, सप्पां आदि पूजा नहीं करनी। असीं देखते हैं कि साडे धर्मां दे अंदर कई जिहड़े दूसरे धर्म वाले हैं उन्होंने ये रीतां जिहड़ियां हौली हौली साडे भी घरां विच पाउण दी कोशिश की है। लेकिन सिੱਖੀ विचारधारा के अंदर गुरबाणी के अंदर जो असीं देखते हैं तो ये सानू चीज़ां जिहड़ियां तीर्थ यात्रा, दान आदि दी पूर्ण तौर के उपर मनाई की है कि दे दे मंगे सहसा गुणा सोभ करे संसार वाली गल जिहड़ी है वो गुरबाणी दे विच मनाई है। हथों दे के भला मनाए वाली गल है कि जे लोड़ है किसी नूं ते अपने कोलों दे करके उसकी लोड़ पूरी करनी है। वो हर गुरसिੱਖ का फर्ज है, अपनी दसवंध राही करे या जिस तरह भी करे, दसवंध तो जरूरी है, लेकिन किसी होर दी अगर लोड़ है तो उसकी लोड़ जिहड़ी है पूरी करनी गुरसिੱਖ का फर्ज है। लेकिन वो दान की डेफिनेशन दे विच नहीं आती कि मैं 1000 देंगा तो मैनूं लख मिलेगा, या लख देंगा तो 10 लाख मिलेगा। वो वाली गल नहीं। दे दे मंगे सहसा गना शोभ करे संसार वाली विचारधारा सिੱਖੀ दी नहीं है। एक बिना मन नैक घनान है, जरा सवैया 33 सवैया विचों गुरु गोबिंद सिंह महाराज का बख्शिश किया है। जागत जोत जपै निस बासुर, एक बिना मन नैक घनान है। एक परमात्मा तो बिना मन दे विच किसे उपर भी श्रद्धा या भरोसा नहीं टिकाना। पूर्ण प्रेम प्रतीत सजा है। पूर्ण प्रेम और प्रतीत अकाल पुरख के बारे होवे। व्रत वर्त रखने, गौर कबरां दे उपर, मड़ियां दे उपर, इनू भुल के भी ना मन्ने। तीरथ दान दया तप संजम, एक बिना न एक पछाने। आ कीड़ियां दे जड़े भौरां दे उत्ते आटे डोलने या उत्ते चौल रखने, इहो जड़ी जी दया है ये गुरबाणी दे विच प्रमाण नहीं है। जी दया करनी है तो उस जी दी करो, उसनूं कोई खाण वास्ते दे दिओ, उहनूं कोई दे दिओ। यह भौरां दे उत्ते आटा डोलन दी जड़ी है वो कोई जड़ी है दया इसनूं मन्निया नहीं जाता। दया जाने जी की
ਤੇ ਉਹ ਜਿਹੜੀ ਦਇਆ ਹੈ ਕਿ ਪੁੰਨ ਦਾਨ ਕਰੇ, ਉਹ ਦਾਨ ਇਹ ਹੈ ਕਿ ਉਹਨਾਂ ਦੀ ਲੋੜ ਨੂੰ ਪੂਰਾ ਕਰੇ। पूरन तीर दान दया तब संयम एक बिना न एक पछाना है, पूरन जो जगह घट में तब खालस ताहे न खालस जाने। ਤਾਂ ਉਸ ਨੂੰ ਪੂਰਨ ਰੂਪ ਦੇ ਅੰਦਰ ਖਾਲਸਾ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਵਾਨ ਕੀਤਾ ਹੈ। ਤੋ ਘਰ-ਬਾਰ ਤਿਆਗਣ ਦਾ ਵਿਰੋਧ ਜਿਹੜਾ ਹੈ ਉਹ ਵੀ ਗੁਰਸਿੱਖੀ ਦੇ ਅੰਦਰ ਹੈ ਕਿ ਘਰ ਦੇ ਵਿੱਚ ਰਹਿੰਦੇ ਹੀ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਆਪਣੇ ਧਰਮ ਦੀ ਅਸੀਂ ਜਿਹੜੀ ਹੈ ਉਹ ਜਿਹੜੀ ਭਰਪਾਈ ਕਰਨੀ ਹੈ, ਇੰਪਲੀਮੈਂਟ ਕਰਨਾ ਉਸ ਨੂੰ ਆਪਣੇ ਘਰ ਦੇ ਵਿੱਚ ਬੈਠ ਕਰਕੇ, ਬੱਚਿਆਂ ਦੇ ਵਿੱਚ ਬੈਠ ਕੇ। ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਰਾਮਕਲੀ ਰਾਗ ਦੇ ਵਿੱਚ ਸੋਈਆ ਉਚਾਰਿਆ ਹੈ, ਰਾਮਕਲੀ ਵਿੱਚ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਵੈ ਕਰ ਸਮਝਿਓ, ਮਨ ਹੀ ਮਾਇ ਉਦਾਸਾ। ਰੇ ਮੇਰੇ ਮਨ ਇਹੋ ਜਿਹਾ ਸੰਨਿਆਸ ਕਰ, ਸੰਨਿਆਸ ਕਾਰੋਬਾਰ ਚਾਹ ਕੇ ਬਾਹਰ ਨਹੀਂ ਚਲੇ ਜਾਣਾ, ਜੰਗਲਾਂ ਵਿੱਚ ਨਹੀਂ ਢੂੰਡਣਾ। ਕਾਹੇ ਰੇ ਮਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੋ ਹੀ ਸੰਗ ਸਮਾਈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਦੇਸ਼ ਦਿੱਤਾ ਗੁਰਬਾਣੀ ਦੇ ਅੰਦਰ, ਰੇ ਮਨ ਐਸੋ ਕਰ ਸੰਨਿਆਸਾ, ਇਸ ਤਰ੍ਹਾਂ ਦਾ ਸੰਨਿਆਸ ਕਰ, ਬਨ ਸੇ ਸਦਨ ਸਵੈ ਕਰ ਸਮਝੋ। ਜੰਗਲ ਔਰ ਘਰ ਨੂੰ ਬਰਾਬਰ ਸਮਝ, ਤੈਨੂੰ ਜੰਗਲ ਤੇ ਜਾਣ ਦੀ ਲੋੜ ਨਹੀਂ ਹੈ। ਮਨ ਹੀ ਮਾਇ ਉਦਾਸਾ, ਆਪਣੇ ਮਨ ਦੇ ਵਿੱਚ ਹੀ ਤੂੰ ਆਪਣਾ ਜਿਹੜਾ ਹੈ ਪ੍ਰਮਾਤਮਾ ਨੂੰ ਲੱਭਣ ਦਾ ਜਿਹੜਾ ਉਪਰਾਲਾ ਕਰ। ਜਤ ਕੀ ਜਟਾ ਜੋ ਕੋ ਮੱਜਨ, ਨੇਮ ਕੇ ਨਖਨ ਬਿਠਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਅਲਪ ਆਹਾਰ ਸੁਲਭ ਸਿਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਭੈਭੋ, ਵੈਗੋ ਤਿਗਣ ਅਤੀਤ, ਕਾਮ ਕ੍ਰੋਧ ਅਹੰਕਾਰ ਲੋਭ ਹਠ, ਮੋਹ ਨ ਮਨ ਸਿਓ ਲਿਆਵੈ, ਤਾਬੀ ਆਤਮ ਤਤ ਕੋ ਦਰਸੈ, ਪਰਮ ਪੁਰਖ ਕੇ ਪਾਵੈ। ਤੋ ਪਰਮ ਪੁਰਖ ਨੂੰ ਪ੍ਰਾਪਤੀ ਦੇ ਸਾਧਨ ਜਿਹੜੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਹਨ। ਔਰ ਇਹ ਗੱਲ ਕਹੀ ਕਿ ਧਿਆਨਨ ਮੇ ਧਿਆਨ ਗੁਰ, ਸਗਲ ਧਰਮ ਹੈ ਗ੍ਰਸਤ ਪ੍ਰਧਾਨ ਹੈ। ਤੋ ਗ੍ਰਸਤੀ ਨੂੰ ਪ੍ਰਧਾਨਤਾ ਦਿੱਤੀ ਹੈ। ਸਾਡੇ ਅੰਦਰ ਉਹ ਜਿਹੜੇ ਚਾਰ ਜਿਹੜੇ ਸਿਸਟਮ ਹਨ, ਜਿਹੜੇ ਦੂਸਰੇ ਸਿਸਟਰ ਰਿਲੀਜਨਸ ਦੇ ਅੰਦਰ ਹਨ, ਕਿ ਪਹਿਲਾਂ ਬ੍ਰਹਮਚਾਰਜ ਹੈ, ਫਿਰ ਉਸ ਤੋਂ ਬਾਅਦ ਜਿਹੜਾ ਹੈ ਗ੍ਰਸਤ ਹੈ, ਗ੍ਰਸਤ ਤੋਂ ਬਾਅਦ ਜਿਹੜਾ ਹੈ ਵਾਨਪ੍ਰਸਥ ਹੈ, ਫਿਰ ਸੰਨਿਆਸ ਹੈ। ਤੋ ਇਹ ਚਾਰ ਚੀਜ਼ਾਂ ਜਿਹੜੀਆਂ ਹਨ, ਜਿਹੜੇ ਉਹਨਾਂ ਦੇ ਆਸ਼ਰਮ ਹਨ, ਉਹਨਾਂ ਨੂੰ ਸਿੱਖ ਧਰਮ ਜਿਹੜਾ ਹੈ ਉਹ ਨਹੀਂ ਮੰਨਦਾ ਹੈ। ਸਿੱਖ ਧਰਮ ਨੇ ਤੇ ਆਪਣਾ ਪੂਰੇ ਗੁਰੂ ਦੀ ਸੇਵਾ ਕਰਨੀ ਹੈ ਔਰ ਘਰ-ਬਾਰ ਦੇ ਵਿੱਚ ਰਹਿ ਕਰਕੇ ਕਰਨੀ ਹੈ। ਦੂਸਰੀ ਅਗਰ ਕਿ ਦੇਹਧਾਰੀ ਗੁਰੂ ਪ੍ਰਥਾ, ਸ਼ਖਸੀ ਪੂਜਾ ਦੀ ਥਾਂ ਦੇ ਉੱਪਰ ਸ਼ਬਦ ਗੁਰੂ ਦਾ ਸਿਧਾਂਤ ਦਿੱਤਾ। ਇਹ ਸ਼ਬਦ ਗੁਰੂ ਦਾ ਸਿਧਾਂਤ ਸਭ ਤੋਂ ਪਹਿਲਾਂ ਹੀ ਜੋ ਸਿੱਖ ਧਰਮ ਦੇ ਬਾਨੀ ਹਨ, ਧੰਨ ਗੁਰੂ ਨਾਨਕ ਪਾਤਸ਼ਾਹ, ਉਹਨਾਂ ਜਿਹੜੀ ਜਦੋਂ ਸਿੱਧਾਂ ਦੇ ਨਾਲ ਗੋਸ਼ਟ ਹੋਈ ਹੈ, ਵਿਚਾਰਧਾਰਾ ਹੋਈ ਹੈ, ਡਿਸਕਸ਼ਨ ਹੋਈ ਹੈ, ਉਹਦੇ ਅੰਦਰ ਹੀ ਸਿੱਧਾਂ ਨੇ ਜਦੋਂ ਸਵਾਲ ਕੀਤਾ, ਕਵਨ ਮੂਲ ਕਵਨ ਮਤ ਵੇਲਾ, ਕਵਨ ਗੁਰੂ ਕਿਸਕਾ ਤੂੰ ਚੇਲਾ। ਤਾਂ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਪਵਨ ਆਰੰਭ ਸਤਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਤੁਨ ਚੇਲਾ। तो जो शब्द है गुरु का शब्द जो है, जो गुरु की जिहड़ी है वो जिहड़ी विचार है, जिहड़े उन्होंने सानू जिहड़े बख्शिश की हुई बाणी है, वो शब्द के नाल उपदेश जिहड़ा है उहदे नाल असीं अपनी सुरती नूं जोड़ना है। तो ये विचारधारा जिहड़ी है ये यूनीक है, जिस दे राही असीं परमात्मा दे नाल प्राप्ति करनी है। ये गुरु नानक पातशाह जी ने अपनी विचारधारा दसी और यही सिक्खी की विचारधारा भी है कि असीं शब्द गुरु ਦੇ ਨਾਲ ਮਨ ਕਰਕੇ ਆਪਣੀ ਸੁਰਤ ਨੂੰ ਚੇਲਾ ਬਣਾਉਣਾ ਹੈ ਉਸਦਾ। ਇਹ ਸਿੱਧ ਗੋਸ਼ਟ ਵਿੱਚ ਪੰਨਾ 943 ਦੇ ਉੱਪਰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ। ਗੁਰੂ ਸ਼ਬਦ ਹੀ ਸਿੱਖਾਂ ਦਾ ਗੁਰੂ ਹੈ, ਸ਼ਬਦੇ ਹੀ ਨਾ ਉਪਜੈ। ਮਹਲਾ ਤੀਜਾ ਅੰਗ 644 ਦੇ ਉੱਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦੇ ਹਨ, ਸ਼ਬਦੇ ਹੀ ਨਾ ਉਪਜੈ, ਸ਼ਬਦੈ ਮੇਲ ਮਿਲਾਇਆ, ਬਿਨ ਸ਼ਬਦੈ ਸਭ ਜਗ ਬੋਰਾਨਾ, बिरथा जन्म गवाया। तो शब्द बिना गुरमंत्रहीन से जो प्राणी, त्रिगंत जन्म पृष्ठ है, कूक रह सूक रह गर्द वह काकै सर्पण है तुल खले। कि जिहदे कोल परमात्मा का नाम नहीं है, गुरु का मंत्र नहीं है, गुरु की सिक्ख्या नहीं है, वो जिहड़ा है जानवरों के बराबर, कुत्तियां के बराबर, कावां के बराबर, खोतियां के बराबर है। तो ये सानू जिहड़ी गल समझाई है कि गुरबाणी सिखलाई धार्मिक, राजनीतिक, आर्थिक और समाजिक अगवाई सानू जिहड़ी है वो बख्शदी है। सारे खेतरां दे विच सानू अगवाई जिहड़ी है सतगुरू ने बख्शी है। और यह क्या कि बाणी गुरु, गुरु है बाणी, विच बाणी अमृत सारे, गुर बाणी कह सेवक जन मानै, प्रतख गुरु निस्तारे।
ਨਟ ਮਹੱਲਾ ਚੌਥਾ ਅੰਕ 982 ਦੇ ਉੱਪਰ ਇਹ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਜਿਹੜੀ ਹੈ ਉਹ ਕੀਤੀ ਹੈ। ਹੁਣ ਅਗਲਾ ਸਿਧਾਂਤ ਹੈ ਜੀਵਨ ਮੁਕਤੀ ਦਾ, ਕਿ ਸਿੱਖ ਧਰਮ ਦੇ ਅੰਦਰ ਮਰਨ ਤੋਂ ਬਾਅਦ ਮੁਕਤੀ ਨੂੰ ਰਿਕਗਨਾਈਜ਼ ਨਹੀਂ ਕੀਤਾ। ਜਿਵੇਂ ਦੂਸਰੇ ਧਰਮਾਂ ਦੇ ਅੰਦਰ ਸਵਰਗ ਔਰ ਨਰਕ ਦੀ ਗੱਲ ਹੁੰਦੀ ਹੈ, ਜੋ ਉਹਨਾਂ ਦੇ ਧਰਮ ਦਾ ਪ੍ਰਯੋਜਨ ਹੁੰਦਾ ਹੈ ਉਹ ਪ੍ਰਯੋਜਨ ਇਹ ਹੀ ਹੁੰਦਾ ਹੈ ਕਿ ਸਾਨੂੰ ਜਿਹੜੀ ਹੈ ਸਵਰਗ ਮਿਲੇ, ਨਰਕਾਂ ਵਿੱਚ ਅਸੀਂ ਨਾ ਜਾਈਏ। ਤੇ ਸਵਰਗ ਦੇ ਜਿਹੜੇ ਨਜ਼ਾਰੇ ਹਨ ਉਹ ਵੀ ਬੜੇ ਅਜੀਬੋ-ਗਰੀਬ ਜਿਹੜੇ ਨਜ਼ਾਰੇ ਹਨ, ਕਿ ਜਿਵੇਂ ਅੱਜ ਕੱਲ੍ਹ ਡਿਸਕੋ ਦੇ ਵਿੱਚ ਨਜ਼ਾਰੇ ਹੋਣਗੇ ਜਾਂ ਜਿੱਥੇ ਨਾਈਟ ਕਲੱਬਸ ਹੋਣਗੇ, ਉਹੋ ਜਿਹੇ ਨਜ਼ਾਰੇ ਹਨ ਉਹ ਉਹਨਾਂ ਨੇ ਸਵਰਗ ਦੇ ਨਾਲ ਜਿਹੜੇ ਜੋੜ ਦਿੱਤੇ ਹਨ। ਜਿਹੜਾ ਬੰਦਾ ਧਾਰਮਿਕ ਕੰਮ ਕਰ ਰਿਹਾ ਹੈ ਸਾਰੀ ਉਮਰ, ਤੇ ਉਹ ਕੀ ਇਹੋ ਜਿਹੇ ਨਾਈਟ ਕਲੱਬਾਂ ਦਾ ਜਿਹੜਾ ਵਿਜ਼ਨ ਰੱਖੇਗਾ ਕਿ ਮਰਨ ਤੋਂ ਬਾਅਦ ਮੈਨੂੰ ਉਸ ਜਗ੍ਹਾ ਤੇ ਜਾਏ। ਤੇ ਮਰਨ ਮੁਕਤ ਕਿਨ ਪਾਈ, ਗੁਰਬਾਣੀ ਸਾਨੂੰ ਆਦੇਸ਼ ਦਿੰਦੀ ਹੈ ਕਿ ਮਰਨ ਮੁਕਤ ਕਿਨ ਪਾਈ, ਚੈਲੰਜ ਕਰਦੀ ਹੈ ਕਿ ਮਰਨ ਤੋਂ ਬਾਅਦ ਕਿਹਨੇ ਮੁਕਤੀ ਪ੍ਰਾਪਤ ਕੀਤੀ ਹੈ। ਜੀਵਨ ਮੁਕਤ ਦੀ ਗੱਲ ਕੀਤੀ ਹੈ ਕਿ ਜਿਹੜਾ ਜੀਵਨ ਦੇ ਵਿੱਚ ਹੀ ਮੁਕਤੀ ਹਾਸਲ ਕਰੇ। ਤੋ ਇਹ ਗੱਲ ਸਾਨੂੰ ਕੀਤੀ ਹੈ ਕਿ ਨਰਕ ਔਰ ਸਵਰਗ ਨੂੰ ਰੱਦ ਕੀਤਾ ਹੈ। ਪ੍ਰਭੂ ਨਾਲ ਨੇੜਤਾ ਹੀ ਸਵਰਗ ਹੈ, ਪ੍ਰਭੂ ਨਾਲੋਂ ਦੂਰੀ ਹੀ ਨਰਕ ਹੈ। ਕਿ ਇਸ ਨਜ਼ਦੀਕ ਰਾਖ ਰਹਿਮਾਨ, ਇਹ ਅਕਾਲ ਪੁਰਖ ਤੂੰ ਸਾਨੂੰ ਆਪਣੇ ਨੇੜੇ ਰੱਖ, ਤੂੰ ਸਾਡੇ ਨੇੜੇ ਰਹਿ, ਸਾਡੇ ਵਾਸਤੇ ਇਹੀ ਸਵਰਗ ਹੈ। नरक स्वर्ग ते मैं रहा, सतगुर के प्रसाद, चरण कमल की मौज में रहो अंत और आद। कवन नरक क्या स्वर्ग बिचारा, संतन दो राधे। गुरमुखा ने दोनों चीज़ां रिजेक्ट कर देती हैं कि क्या स्वर्ग का क्या नरक तो डरना है जी, क्या नरक दे बारे जाना, नरक ना डरिए ना स्वर्ग का ध्यान रखिए। तो इस करके असीं डरना नहीं, क्या नरक क्या स्वर्ग बिचारा, संतन दो राधे। हम काहूं कि कान ना कटदे, अपने गुर प्रसादे। अपने गुरु की कृपा दे अगर साढ़े ते हो जाए तो सानू नरक और स्वर्ग का ना डर है, सानू नरक का ते ना सानू स्वर्ग की चाहत है उस पासे वाल जान दी। रामकली राग दे विच कबीर जी ने 969 अंक के उपर सानू यह बख्शिश की है। स्वर्ग बांस न बांछी है कि स्वर्ग की इच्छा नहीं करनी कि सानू स्वर्ग मिले। डरिए ना नरक निवास, नरका में जान तो डरना नहीं। होना है सो होई है, जो होना है सो हो जाएगा। मने ना कीजिए रोस, मन विच रोस करन दी जिहड़ी है वो गल नहीं है। गौड़ी कबीर जी अंग 337 के उपर महाराज ने सानू बख्शिश की है। और एक होर यूनिक साडे वास्ते सिस्टम गुरु साहब ने, धन गुरु तेग बहादुर साहब जी ने बख्शिश की है। सोरठ महला नावा, जो नार दुख में दुख नहीं माने। सारा संसार दुख नाल तरसया पिया, दुख तो बहुत डरदा है, लेकिन जी अवस्था जिहड़ी है, जो नार दुख में दुख नहीं माने, सुख स्नेह और भय नहीं झांकै। सुख नाल कोई स्नेह नहीं है और सुख स्नेह और भय नहीं झांकै, जिहदे कल डर नहीं है। कंचन माटी माने, कंचन नूं भी माटी माने दी जिहड़ी है गल जिहड़ी है वो सामने जिहड़ी रखी जाती है। सोरठ महला नावा गुरु तेग बहादुर साहब जी ने 633 अंक के उपर सानू समझाया है। नाल सानू समझाया, प्रभ की आज्ञा आत्म हितावै, जीवन मुक्त सो कहावै। तैसा हरक तैसा उस सोग, सदा आनंद तै नहीं वियोग। तैसा स्वर्ण तैसी उस माटी, तैसा अमृत तैसी बिख खाटी। तैसा मान तैसा अवमान, तैसा रंग तैसा राजान। जो वर्त आए साई जुगत, नानक ओ पुरख कही है जीवन मुगत। राग गौड़ी सुखनी महला पंजवां बाणी के अंदर 275 अंक के उपर सानू गुरु अर्जन देव महाराज जी ने समझाया है। जीवन मुक्त व्यक्ति ही आत्म जिंदे जी मुक्त रहिंदी है। भाव जीवन मुक्त का सिद्धांत जिहड़ा है वो सानू गुरबाणी दे विच समझाया है। जबकि बाकी जिहड़े जीवन वाले हैं, बाकी धर्मां वाले वो जिहड़े हैं मरण तो बाद मुक्ति की जिहड़ी हैं वो गल करते हैं। भाव माया दे मोह ते निर्लेप ते मौत मगरों ही प्रभु विच परम आत्मा विच भेद हो जिहड़ी आंदी है। ये विचारधारा जिहड़ी है वो दूसरे धर्मां दी है। साडी है कि जींदे जी ही असीं अपने अंदरों विषय विकारां नूं छड्ड के
ਮਾਇਆ ਦਾ ਤਿਆਗ ਕਰਕੇ, ਹਉਮੈ ਦਾ ਤਿਆਗ ਕਰਕੇ ਅਸੀਂ ਸਤ ਸੰਤੋਖ ਦਇਆ ਧਰਮ ਧੀਰਜ ਆਪਣੇ ਅੰਦਰ ਧਾਰਨ ਕਰਕੇ ਉਸ ਪ੍ਰਭੂ ਪਰਮਾਤਮਾ ਦੇ ਨਾਲ ਅਸੀਂ ਅਪੇਦ ਹੋ ਸਕਦੇ ਹਾਂ। ਜਿਉਂ ਜਲ ਮੇ ਜਲ ਆਏ ਘਟਾਣਾ, ਤਿਉਂ ਜੋਤੀ ਸੰਗ ਜੋਤ ਸਮਾਣਾ ਵਾਲਾ ਸਿਧਾਂਤ ਜਿਹੜਾ ਹੈ। ਤਾਜਬ ਮਾਨ ਮੋਹ ਮਾਇਆ ਸੁਨ, ਭਜਨ ਰਾਮ ਚਿਤ ਲਾਵੋ, ਨਾਨਕ ਕਹਿਤ ਮੁਕਤ ਪੰਥ ਇਹ, ਗੁਰਮੁਖ ਹੋਏ ਤੁਮ ਪਾਵੋ। ਗੌੜੀ ਮੱਲਾ ਨਾਵਾ 219 ਅੰਕ ਦੇ ਉੱਪਰ ਗੁਰੂ ਸਾਹਿਬ ਨੇ ਸਾਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਉਸਤਤ ਨਿੰਦਿਆ ਨਾਹੇ ਜੈ। ਦੇਖੋ, ਇੱਕ ਇਸ ਚੀਜ਼ ਨੂੰ ਸਮਝੋ, ਸਾਰਾ ਸੰਸਾਰ ਜਿਹੜਾ ਹੈ ਉਹ ਉਸਤਤ ਨਿੰਦਾ ਦੇ ਵਿੱਚ ਲੱਗਿਆ ਪਿਆ। ਆਪਣੇ ਦੀ ਉਸਤਤ ਕਰਨੀ ਹੈ, ਪਰਾਏ ਦੀ ਨਿੰਦਾ ਕਰਨੀ ਹੈ। ਇਹ ਸਾਰਾ ਕੰਮ ਜਿਹੜਾ ਹੈ, ਇਹ ਇਹੋ ਜਿਹੇ ਮਨੁੱਖ ਜਿਹੜੇ ਹਨ ਦੂਜੇ ਧਰਮਾਂ ਵਿੱਚ ਜਿਹੜੇ ਹਨ ਲੱਗੇ ਹਨ, ਕਿਉਂਕਿ ਉਹਨਾਂ ਨੂੰ ਸੇਧ ਹੀ ਨਹੀਂ ਹੈ ਕਿ ਉਸਤਤ ਨਿੰਦਾ ਦੋਨੋਂ ਵਿਵਰਜਿਤ ਨੇ। ਅਸੀਂ ਉਸ ਨੂੰ ਸਿੱਖ ਧਰਮ ਪ੍ਰਵਾਨ ਨਹੀਂ ਕਰਦਾ। ਜੇ ਸੱਚ ਨੂੰ ਸੱਚ ਕਹਿਣਾ ਹੈ ਤੇ ਉਹ ਉਸਤਤ ਨਹੀਂ ਹੈ, ਤੇ ਜੇ ਕਾਲੇ ਨੂੰ ਕਾਲਾ ਕਹਿਣਾ ਹੈ ਤੇ ਉਹ ਨਿੰਦਾ ਨਹੀਂ ਹੈ। ਇੱਕ ਬਹੁਤ ਵੱਡਾ ਸਿਧਾਂਤ ਗੁਰਮਤਿ ਵਿੱਚ ਸਾਨੂੰ ਸਿਖਾਇਆ ਗਿਆ ਹੈ ਕਿ ਸੱਚ ਨੂੰ ਸੱਚ ਕਹਿਣਾ ਹੈ। ਸੱਚ ਸੁਣਾਏ ਸੀ ਸੱਚ ਕੀ ਵੇਲਾ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਜਿਸ ਵੇਲੇ ਸੱਚ ਬੋਲਣ ਦੀ ਵਾਰੀ ਹੈ, ਉਸ ਵੇਲੇ ਸੱਚ ਨੂੰ ਬੋਲਿਆ ਜਾਏ। ਉਸਤਤ ਨਿੰਦਿਆ ਨਾਹੇ ਜੈ, ਕੰਚਨ ਲੋਹ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਹੈ ਤੈ ਜਾਨ। ਉਸ ਨੂੰ ਮੁਕਤ ਸਮਝਿਆ ਗਿਆ ਕਿ ਜਿਹੜਾ ਉਸਤਤ ਨਿੰਦਿਆ ਤੋਂ ਉੱਤੇ ਹੈ, ਜਿਸ ਦੇ ਅੰਦਰ ਮਾਇਆ ਔਰ ਮਿੱਟੀ ਦੇ ਬਰਾਬਰ ਸੋਨੇ ਨੂੰ ਜਿਹੜਾ ਸਮਝਿਆ ਗਿਆ ਹੈ, तो ਇਹ ਗੱਲ ਸਾਨੂੰ ਸਮਝਾਈ ਹੈ, ਉਹ ਵਿਅਕਤੀ ਨੂੰ ਜਿਹੜਾ ਹੈ ਮੁਕਤ ਸਮਝਿਆ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 1427 ਪੰਨੇ ਦੇ ਉੱਤੇ ਸਾਨੂੰ ਸਮਝਾਇਆ। ਚੜ੍ਹਦੀ ਕਲਾ ਤੇ ਸੰਘਰਸ਼ ਦਾ ਮਾਰਗ, ਦੁੱਖਾਂ ਤਕਲੀਫਾਂ ਤੋਂ ਡਰ ਕੇ ਸਮਾਜਿਕ ਪਰਿਵਾਰਕ ਜੀਵਨ ਨੂੰ ਤਿਆਗ ਦੇਣਾ ਧਰਮ ਨਹੀਂ ਹੈ। ਇਹ ਤਾਂ ਐਸਕੇਪਿਜ਼ਮ ਹੈ, ਇਹ ਭਗੌੜਾ ਹੈ ਕਿ ਆਪਣੇ ਫਰਜ਼ ਨੂੰ ਨਾ ਨਿਭਾਉਣਾ ਤੇ ਜੰਗਲਾਂ ਬਿਆਬਾਨਾਂ ਦੇ ਵਿੱਚ ਜਾ ਕਰਕੇ ਕੰਧਰਾਂ ਦੇ ਵਿੱਚ ਛੁਪ ਕੇ ਤਪ ਕਰਨਾ, ਤਪੱਸਿਆ ਕਰਨਾ ਔਰ ਫਿਰ ਕਹਿਣਾ ਅਸੀਂ ਬੜੇ ਗਿਆਨੀ ਹਾਂ। ਤਾਂ ਇਸ ਨੂੰ ਸ਼ੁਰੂ ਤੋਂ ਹੀ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਨੂੰ ਰਿਜੈਕਟ ਕੀਤਾ ਹੈ ਕਿ ਜੋਗੀ ਗਿਆਨ ਵੀ ਹੁਣਿਆ, ਨਿਸ ਦਿਨ ਅੰਗ ਲਗਾਇਨ ਚਾਰਾ, ਬਾਜ ਗੁਰੂ ਡੁੱਬਾ ਜਗ ਸਾਰਾ। ਕਿ ਉਹਨਾਂ ਨੇ ਚੰਗੇ ਗੁਰੂ ਦੀ ਧਾਰਨਾ ਨਹੀਂ ਕੀਤੀ ਔਰ ਜੀਵਨ ਦੇ ਅੰਦਰ ਲਕਸ਼ ਕੀ ਰੱਖਿਆ ਹੈ। ਲਕਸ਼ ਉਹਨਾਂ ਦਾ ਹੈ ਕਿ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨੀਆਂ ਹਨ ਔਰ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਲੋਕਾਂ ਨੂੰ ਭਰਮ ਵਿੱਚ ਪਾ ਕੇ ਆਪਣੇ ਪਿੱਛੇ ਲਗਾਉਣਾ ਹੈ। तो ਇਹ escapism ਦਾ ਮਾਰਗ ਨਹੀਂ ਹੈ, ਇਹ ਪਾਰਟਿਸਿਪੇਟਿਵ ਹੈ। ਜਿਵੇਂ ਲਾਵਾਂ ਦੇ ਵਿੱਚ ਕਿਹਾ ਹੈ, ਹਰ ਪਹਿਲੀ ਲਾਉ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ। ਸੰਸਾਰ ਤੋਂ ਭੱਜਣ ਦੀ ਗੱਲ ਨਹੀਂ ਹੈ, ਸੰਸਾਰ ਦੇ ਵਿੱਚ ਵੜ ਕੇ ਜੀ ਕਰਕੇ ਰਹਿ ਕਰਕੇ, ਜਿਵੇਂ ਮੁਰਗਾਬੀ ਜਿਹੜੀ ਹੈ ਉਹ ਪਾਣੀ ਤੇ ਤੈਰਦੀ ਹੈ, ਲੇਕਿਨ ਉਹ ਆਪਣੇ ਜਿਹੜਾ ਕਿਸੇ ਤਰੀਕੇ ਦੇ ਨਾਲ ਉਹਨੂੰ ਸਮਝਾਉਣ ਦੀ ਗੱਲ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਪਰਿਵਾਰ ਵਿੱਚ ਰਹਿ ਕਰਕੇ ਗ੍ਰਸਥ ਧਰਮ ਦੀ ਜ਼ਿੰਮੇਵਾਰੀ ਪੂਰੀ ਕਰਦਿਆਂ ਨਾਮ ਜਪਣਾ, ਵੰਡ ਛਕਣਾ ਤੇ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਹੈ। ਸਮਾਜ ਵਿੱਚ ਰਹਿ ਕੇ ਬੁਰਾਈ ਦਾ ਟਾਕਰਾ ਕਰਨਾ ਹੀ ਹਿੰਮਤ ਹੈ ਤੇ ਦਲੇਰੀ ਹੈ। ਅੰਦਰੂਨੀ ਦੁਸ਼ਮਣ ਜਿਹੜੇ ਸਾਡੇ ਅੰਦਰ ਹਨ, ਜਿਵੇਂ ਖਾਲਸਾ ਸੋ ਜੋ ਚੜੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਨਿਤ ਜੰਗ ਨਹੀਂ ਹੁੰਦਾ, ਹਾਂਜੀ ਅਸੀਂ ਗੱਲ ਕਰ ਰਹੇ ਸੀਗੇ ਕਿ ਪਰਿਵਾਰ ਵਿੱਚ ਰਹਿ ਕਰਕੇ ਗੁਰਸਿੱਖ ਨੇ ਕਿਵੇਂ ਜਿਹੜਾ ਹੈ ਜੀਵਨ ਮੁਕਤ ਨੂੰ ਪ੍ਰਾਪਤ ਕਰਨਾ ਹੈ। ਤੋਂ ਨਾਮ ਜਪਣਾ, ਵੰਡ ਕੇ ਛਕਣਾ ਤੇ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਜਿਹੜਾ ਹੈ ਗੁਰਸਿੱਖ ਨੂੰ ਸਿੱਖੀ ਦੇ ਵੀ ਦਿੱਤਾ ਗਿਆ ਹੈ। ਸਮਾਜ ਵਿੱਚ ਰਹਿ ਕੇ ਬੁਰਾਈ ਦਾ ਟਾਕਰਾ ਕਰਨ ਦੀ ਹਿੰਮਤ ਵੀ ਜਿਹੜੀ ਹੈ, ਦਲੇਰੀ ਜਿਹੜੀ ਹੈ ਉਹ ਗੁਰੂ ਕੇ ਸਿੱਖ ਨੂੰ ਦਿੱਤੀ ਹੈ। ਔਰ ਗੁਰੂ ਕੇ ਸਿੱਖਾਂ ਨੇ ਪਰਿਵਾਰਾਂ ਸਮੇਤ ਜਿਹੜੇ ਹਨ ਉਹ ਜੰਗਲਾਂ ਬਿਆਬਾਨਾਂ ਦੇ ਵਿੱਚ ਵੀ ਗਏ ਹਨ, ਧਰਮ ਦੀ ਫਰਜ਼ ਜ਼ਿੰਮੇਵਾਰੀ ਨੂੰ ਦੇਖਦੇ ਹੋਇਆ। ਔਰ ਉੱਥੇ ਜਾ ਕਰਕੇ ਵੀ ਉਹਨਾਂ ਨੇ ਆਪਣੇ ਜਿਹੜੇ ਹਨ ਮਾਵਾਂ ਬੀਬੀਆਂ ਨੇ ਮੀਰ ਮਨੂੰ ਦੇ ਵਕਤ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਵੀ ਪਵਾਏ ਹਨ, ਲੇਕਿਨ ਸਿੱਖੀ ਸਿਧਾਂਤਾਂ ਨੂੰ ਜਿਹੜਾ ਹੈ ਉਹ ਜਿਹੜੀ ਕੰਡ ਨਹੀਂ ਦਿੱਤੀ ਉਹਨਾਂ ਨੇ। ਸਿੱਖੀ ਸਿਧਾਂਤਾਂ ਦੇ ਨਾਲ ਚੱਲਦਿਆਂ ਹੋਇਆਂ ਵੀ ਇਹ ਮੇਰੇ ਖਿਆਲ ਸ਼ਾਇਦ ਦੁਨੀਆ ਦੇ ਕਿਸੇ ਵੀ ਧਰਮ ਦੇ ਅੰਦਰ ਐਸੀ ਗੱਲ ਸਾਨੂੰ ਨਹੀਂ ਮਿਲੇਗੀ ਕਿ ਗਲੇ ਦੇ ਵਿੱਚ ਬੱਚਿਆਂ ਦੇ ਟੋਟੇ ਪਏ ਹੋਏ ਹਨ, ਸਾਰੇ ਉਹਨਾਂ ਦੇ ਕੱਪੜੇ ਜਿਹੜੇ ਹਨ ਉਹ ਲਹੂ ਦੇ ਮਿੱਝ ਦੇ ਨਾਲ ਜਿਹੜੇ ਹਨ ਉਹ ਲਿਬੜੇ ਹੋਣ, ਲੇਕਿਨ ਫਿਰ ਵੀ ਚਿਤ ਕਰਤਾਰ ਵੱਲ, ਨਿਰੰਕਾਰ ਵੱਲ ਜੁੜਿਆ ਹੋਇਆ ਹੈ। ਉਹ ਸੋਧਰ ਤੋਂ ਬਾਅਦ ਅਰਦਾਸ ਕਰਨ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਭਾਣੇ ਅੰਦਰ 4 ਪੈਰ ਦਿਨ ਸ਼ੁਕਰ ਨਾਲ ਬਤੀਤ ਹੋਇਆ, ਸੁੱਖਾਂ ਨਾਲ ਬਤੀਤ ਹੋਇਆ ਹੈ,
ਤੇ ਚਾਰ ਪਰ ਰਹਿਣ, ਸੁੱਖਾਂ ਨਾਲ ਬਤੀਤ ਕਰਨੀ। ਅਸੀਂ ਸਾਰੇ ਸੁਣਨ ਵਾਲੇ ਸਰੋਤੇ ਹਾਂ, ਲੇਕਿਨ ਜਿਨ੍ਹਾਂ ਤੇ ਬੀਤੀ ਹੈ, ਧਨ ਹਨ ਉਹ ਸਿੱਖ ਤੇ ਉਹ ਸਿੰਘਣੀਆਂ ਤੇ ਉਹ ਬੱਚੇ ਜਿਹੜੇ ਧਰਮ ਤੋਂ ਕੁਰਬਾਨ ਹੋ ਗਏ, ਲੇਕਿਨ ਇੱਕ ਵਾਰੀ ਵੀ ਧਰਮ ਨੂੰ ਉਹਨਾਂ ਨੇ ਕੰਡ ਨਹੀਂ ਦਿੱਤੀ। ਮੈਂ ਇਸ ਗੱਲ ਤੋਂ ਬੜਾ ਫਖਰ ਮਹਿਸੂਸ ਕਰਦਾ ਹਾਂ ਕਿ ਅਸੀਂ ਐਸੇ ਧਰਮ ਦੇ ਜਿਹੜੇ ਹਨ ਉਹਨੂੰ ਮੰਨਣ ਵਾਲੇ ਹਾਂ, ਔਰ ਐਸਾ ਕਨਸੈਪਟ, ਯੂਨੀਕ ਕਨਸੈਪਟ ਜਿਹੜੇ ਹਨ ਸਾਨੂੰ ਗੁਰੂ ਸਾਹਿਬ ਨੇ ਦਿੱਤੇ ਹਨ ਕਿ ਤਨ ਮਨ ਕਾਟ ਕਾਟ ਸਭ ਵਰਤੀ ਵਿੱਚ ਅਗਨੀ ਆਪ ਜਲਾਈ ਦਾ ਕਨਸੈਪਟ ਜਿਹੜਾ ਦਿੱਤਾ ਹੈ। ਔਰ ਸਿੱਖੀ ਦੇ ਅੰਦਰ ਚਰਖੜੀਆਂ ਦੇ ਚੜਨ ਵਾਲੇ ਕੇਵਲ ਸਿੱਖ ਧਰਮ ਦੇ ਅੰਦਰ ਹਨ, ਦੇਗਾਂ ਵਿੱਚ ਉਬਾਲੇ ਗਏ ਕੇਵਲ ਸਿੱਖ ਧਰਮ ਦੇ ਅੰਦਰ ਹਨ, ਰੂਹ ਚ ਲਪੇਟ ਕੇ ਸਾੜੇ ਗਏ ਕੇਵਲ ਸਿੱਖਾਂ ਦੇ ਵਿੱਚ ਹਨ, ਗਲਾਂ ਵਿੱਚ ਟਾਇਰ ਪਾ ਕਰਕੇ ਉਹਨਾਂ ਨੂੰ ਜਿਹੜਾ ਹੈ ਜਿੰਦੇ ਸਾੜੇ ਗਏ ਸੜਕਾਂ ਦੇ ਉੱਤੇ, ਦਿੱਲੀ ਦੀਆਂ ਸੜਕਾਂ ਦੇ ਉੱਪਰ, ਹੋਰ ਜਗ੍ਹਾ ਦੇ ਉੱਪਰ, ਉਹ ਕੇਵਲ ਔਰ ਕੇਵਲ ਸਿੱਖ ਧਰਮ ਦੇ ਅੰਦਰ ਹਨ। ਲੇਕਿਨ ਕਿਸੇ ਨੇ ਵੀ ਆਪਣੇ ਸਿੱਖੀ ਤੋਂ ਮੂੰਹ ਨਹੀਂ ਮੋੜਿਆ। ਜਿੱਥੇ ਕਿਤੇ ਪਗੜੀ ਵਾਲੇ ਨੂੰ ਪਕੜਿਆ ਉਹਨੂੰ ਕੋਹ ਦਿੱਤਾ ਗਿਆ, ਕਿਸੇ ਪਗੜੀ ਵਾਲੇ ਨੂੰ ਦੇਖਿਆ ਗਿਆ ਉਹਦੇ ਟਾਇਰ ਪਾ ਕੇ ਅੱਗ ਸਾੜ ਦਿੱਤਾ ਗਿਆ, ਉਹਨਾਂ ਦੇ ਬੱਚਿਆਂ ਨੂੰ ਜਿਹੜਾ ਹੈ ਉਹ ਮਾਰ ਦਿੱਤਾ ਗਿਆ, ਬੀਬੀਆਂ ਦੇ ਸਾਹਮਣੇ ਉਹਨਾਂ ਦੇ ਘਰ ਵਾਲਿਆਂ ਨੂੰ ਮਾਰ ਦਿੱਤਾ ਗਿਆ, ਬਜ਼ੁਰਗਾਂ ਨੂੰ ਮਾਰ ਦਿੱਤਾ ਗਿਆ, ਲੇਕਿਨ ਉਹਨਾਂ ਨੇ ਇੱਕ ਵਾਰੀ ਵੀ ਜਿਹੜਾ ਸਿੱਖੀ ਤੋਂ ਮੂੰਹ ਨਹੀਂ ਮੋੜਿਆ। ਇਹ ਨਹੀਂ ਕਿਹਾ ਕਿ ਮੈਂ ਦਸਤਾਰ ਉਤਾਰ ਲੈਣਾ ਜੀ, ਮੈਂ ਦਾੜੀ ਕੇਸ ਕਟਾ ਲੈਣਾ ਜੀ, ਐਸੀ ਗੱਲ ਨਹੀਂ ਹੈ। ਮੈਨੂੰ ਇੱਥੇ ਗੱਲ ਇੱਕ ਮਹਾਰਾਜਾ ਪਟਿਆਲੇ ਦੀ ਜਿਹੜੇ ਪਟਿਆਲੇ ਰਾਜ ਦੇ ਜਿਨ੍ਹਾਂ ਨੇ ਬਾਨੀ ਸਨ, ਉਹਨਾਂ ਦੀ ਗੱਲ ਯਾਦ ਆ ਗਈ ਮੈਨੂੰ। ਉਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ, ਅੰਗਰੇਜ਼ਾਂ ਨੇ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੇ ਕਿਹਾ ਵੀ ਤੇਰੇ ਕੇਸ ਜਿਹੜੇ ਹਨ ਉਹ ਕੱਟਣੇ ਹਨ, ਤੂੰ ਕੇਸ ਕਟਾ ਨਹੀਂ ਤੇ ਇਹਨਾਂ ਜੁਰਮਾਨਾ ਦੇ। ਤਾਂ ਉਹਨਾਂ ਨੇ ਕਿਹਾ ਵੀ ਮੈਂ ਜੁਰਮਾਨਾ ਦੇਣ ਵਾਸਤੇ ਤਿਆਰ ਹਾਂ, ਲੇਕਿਨ ਮੈਂ ਆਪਣੇ ਕੇਸ ਨਹੀਂ ਕਟਾਉਣੇ। ਭਾਈ ਤਾਰੂ ਸਿੰਘ ਕੇਵਲ ਸਿੱਖ ਧਰਮ ਦੇ ਅੰਦਰ ਹਨ, ਭਾਈ ਮਤੀ ਦਾਸ, ਭਾਈ ਸਤੀ ਦਾਸ ਕੇਵਲ ਸਿੱਖ ਧਰਮ ਦੇ ਅੰਦਰ ਹਨ, ਭਾਈ ਮਨੀ ਸਿੰਘ ਜੀ ਬੰਦ ਕਟਾਉਣ ਵਾਲੇ ਕੇਵਲ ਸਿੱਖੀ ਵਿੱਚ ਹਨ, ਅੱਧਾ ਸਿਰ ਕੱਟਿਆ ਹੋਇਆ ਮੈਦਾਨੇ ਜੰਗ ਵਿੱਚ ਲੜਨ ਵਾਲੇ ਕੇਵਲ ਬਾਬਾ ਦੀਪ ਸਿੰਘ ਜੀ ਹਨ, ਕਿਸੇ ਹੋਰ ਧਰਮ ਦੇ ਅੰਦਰ ਤੁਹਾਨੂੰ ਨਹੀਂ ਮਿਲਣਗੇ। ਔਰ ਇੱਕ ਪਾਦਰੀ ਦੀ ਗੱਲ ਕਹੀ ਹੋਈ ਮੈਨੂੰ ਫਿਰ ਯਾਦ ਆ ਗਈ ਕਿ there is only one Christ in Christianity and we have converted more than half of the world to Christianity. The sixth, you will go to hell because you have so many Christ in your religion and still your religion is confined to only a few districts. ਸਾਨੂੰ ਇਹ ਝਾਤੀ ਮਾਰਨੀ ਪਏਗੀ, ਸਾਨੂੰ ਧਿਆਨ ਮਾਰਨਾ ਪਏਗਾ ਕਿ ਐਸਾ ਕਿਉਂ ਹੋ ਰਿਹਾ। ਅਸੀਂ ਆਪਣੇ ਆਪ ਨੂੰ ਸਿੱਖੀ ਦੇ ਨਾਲ ਜੋੜੀਏ ਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ। ਵੀ ਆਰ ਪ੍ਰਾਊਡ ਟੂ ਬੀ ਸਿੱਖ। ਜਦੋਂ ਸਿੱਖੀ ਦੇ ਮਾਣ ਦੀ ਗੱਲ ਆਉਂਦੀ ਹੈ, ਸਿੱਖ ਆਪਣੇ ਤਿਆਗ ਕਰਦਾ ਹੈ, ਬਲੀਦਾਨ ਕਰਦਾ ਹੈ, ਬਾਰਡਰਾਂ ਦੇ ਉੱਪਰ ਰੱਖਿਆ ਕਰਦਾ ਹੈ ਔਰ ਹਰ ਤਰੀਕੇ ਦੀ ਜਿਹੜੀ ਹੈ ਸੁਸਾਇਟੀ ਦੇ ਨਾਲ ਮਿਲ ਕੇ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਇਹ ਸਿੱਖੀ ਦੇ ਜਿਹੜੇ ਯੂਨੀਕ ਕਨਸੈਪਟ ਹਨ, ਇਸ ਕਰਕੇ ਸਾਨੂੰ ਆਪਣੇ ਜੀਵਨ ਅੰਦਰ ਵੀ ਧਾਰਨੇ ਕਰਨੇ ਚਾਹੀਦੇ ਹਨ। ਤੋ ਅੰਦਰਲੇ ਜਿਸ ਵੇਲੇ ਖਾਲਸਾ ਸੋਝੋ ਚੜੇ ਤਰੰਗ, ਖਾਲਸਾ ਸੋਝੋ ਕਰੇ ਨਿਤ ਜੰਗ। ਨਿਤ ਜੰਗ ਯੁੱਧ ਨਹੀਂ ਹੋਣੇ, ਲੇਕਿਨ ਅੰਦਰ ਕਾਮ ਨਾਲ, ਕ੍ਰੋਧ ਨਾਲ, ਲੋਭ ਨਾਲ, ਮੋਹ ਨਾਲ, ਹੰਕਾਰ ਨਾਲ ਗੁਰੂ ਕੇ ਸਿੱਖ ਨੇ ਹਮੇਸ਼ਾ ਹੀ ਜਿਹੜਾ ਹੈ ਉਹ ਜੰਗ ਕਰਦੇ ਰਹਿਣਾ ਹੈ, ਇਹਨਾਂ ਦੇ ਉੱਪਰ ਫਤਿਹ ਪਾਉਂਦੇ ਰਹਿਣਾ ਹੈ। ਇਹ ਲੜਾਈ ਜਿਹੜੀ ਕੰਟੀਨਿਊਸ ਹੈ। ਕਦੀ ਮਨੁੱਖ ਕੋਈ ਇਹ ਨਹੀਂ ਕਹਿ ਸਕਦਾ ਕਿ ਅੱਜ ਮੈਨੂੰ ਕ੍ਰੋਧ ਨਹੀਂ ਆਇਆ। ਕ੍ਰੋਧ ਆਉਂਦਾ ਹੈ, ਗੁਰਸਿੱਖ ਨੂੰ ਵੀ ਆਉਂਦਾ ਹੈ, ਲੇਕਿਨ ਗੁਰਸਿੱਖ ਉਹਨੂੰ ਜਿਹੜਾ ਹੈ ਉਹ ਦਬਾਉਂਦਾ ਹੈ, ਉਹਨੂੰ ਕਹਿੰਦਾ ਨਾ ਬਈ ਮੇਰੇ ਗੁਰੂ ਦਾ ਹੁਕਮ ਹੈ ਕਿ ਕ੍ਰੋਧ ਨਹੀਂ ਕਰਨਾ। ਕਾਮ ਦੀ ਵਾਸਨਾ ਆਉਂਦੀ ਹੈ, ਲੇਕਿਨ ਉਹਨੂੰ ਗੁਰਬਾਣੀ ਦੇ ਨਾਲ, ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਭਾਵੇਂ ਗੁਰਬਾਣੀ ਦੀ ਪੰਕਤੀ ਨਹੀਂ ਹੈ, ਲੇਕਿਨ ਬੜਾ ਵੱਡਾ ਸੰਦੇਸ਼ ਹੈ ਕਿ ਮਨ ਹਮੇਸ਼ਾ ਹੀ ਜਿਹੜਾ ਹੈ ਪਾਣੀ ਨੀਵੇਂ ਪਾਸੇ ਵੱਲ ਜਾਂਦਾ ਹੈ। ਜੇ ਪਾਣੀ ਨੂੰ ਉੱਪਰ ਚੁੱਕਣਾ ਹੋਵੇ ਤੇ ਮੋਟਰ ਲਗਾਉਣੀ ਪੈਂਦੀ ਹੈ, ਪਾਵਰ ਲਗਾਉਣੀ ਪੈਂਦੀ ਹੈ, ਲੇਕਿਨ ਜੇ ਮਨ ਨੂੰ ਰੋਕਣਾ ਹੈ ਤੇ ਉਹ ਕੇਵਲ ਗੁਰੂ ਦੇ ਸ਼ਬਦ ਨਾਲ ਰੋਕਿਆ ਜਾ ਸਕਦਾ ਹੈ। ਬਾਣੀ ਪੜੋ, ਉਸ ਵੇਲੇ ਵਾਹਿਗੁਰੂ ਕਰਨ ਲੱਗ ਪਓ। ਜਿਸ ਵੇਲੇ ਕਾਮ ਦਾ ਜ਼ੋਰ ਆਵੇ, ਕ੍ਰੋਧ ਦਾ ਜ਼ੋਰ ਆਵੇ, ਲੋਭ ਦਾ ਜ਼ੋਰ ਆਵੇ, ਮੋਹ ਦਾ ਜ਼ੋਰ ਆਵੇ, ਹੰਕਾਰ ਦਾ ਜ਼ੋਰ ਆਵੇ, ਵਾਹਿਗੁਰੂ ਕਰਨ ਲੱਗ ਪਓ, ਉਸ ਵੇਲੇ ਤਾਂ ਉਹ ਜ਼ਰੂਰ ਹੀ ਜਿਹੜੀ ਹੈ ਸਾਡੀ ਜਿਹੜੀ ਹੈ ਉਹਦੇ ਤੇ ਵਿਜੇ ਪ੍ਰਾਪਤ ਹੋਏਗੀ ਇਹਨਾਂ ਵਿਸ਼ੇ ਵਿਕਾਰਾਂ ਦੇ ਉੱਪਰ। ਤੇ ਫਿਰ ਅਸੀਂ ਚੰਗੇ ਤਰੀਕੇ ਦੇ ਨਾਲ ਜਿਹੜੀ ਹੈ ਇਹਨਾਂ ਦੇ ਉੱਪਰ ਜਿੱਤ ਕਰਕੇ ਕਦੇ ਹਾਰ ਨਹੀਂ ਮੰਨੀ। ਗੁਰੂ ਕੇ ਸਿੱਖ ਨੇ ਕਦੀ ਹਾਰ ਨਹੀਂ ਮੰਨੀ ਇਹਨਾਂ ਚੀਜ਼ਾਂ ਤੋਂ। ਜੀਵਨ ਮੁਕਤੀ ਦਾ ਸਿਧਾਂਤ ਅਸੀਂ ਪੜ੍ਹਿਆ ਹੈ। ਪ੍ਰਭੂ ਦੀ ਸ਼ਰਨ ਵਿੱਚ ਆਉਣ ਵਾਲੇ ਨੂੰ ਕੀ ਪ੍ਰਾਪਤ ਹੁੰਦਾ ਹੈ? ਸਿੱਖ ਧਰਮ ਇਹ ਦੱਸਦਾ ਹੈ, ਦੁੱਖ ਨਹੀਂ ਸਭ ਸੁਖ ਹੀ ਹੈ ਰੇ। ਇੱਕ ਹੈ ਏਕੀ ਨਿਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ। ਕਿਤੇ ਕੋਈ ਹੋ ਵੀ ਜਾਏ, ਗਲਤ ਕੰਮ ਹੋ ਵੀ ਜਾਏ ਤਾਂ ਸ਼ੁਕਰ ਮਨਾਉਂਦਾ ਹੈ, ਉਸ ਪਰਮਾਤਮਾ ਦਾ ਸ਼ੁਕਰ ਮਨਾਉਂਦਾ ਹੈ ਕਿ ਸ਼ੁਕਰ ਹੈ
ਜੇ ਕਿਤੇ ਕੋਈ ਅਨਹੋਣੀ ਹੋ ਜਾਏ ਤਾਂ ਇਹ ਫਿਰ ਇਹ ਗੱਲ ਬਾਣੀ ਦੇ ਵਿੱਚੋਂ ਯਾਦ ਕਰ ਲੈਂਦਾ ਹੈ ਕਿ ਇਹ ਜੋ ਹੈ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਕਿ ਸੰਸਾਰ ਦੇ ਵਿੱਚੋਂ ਜਾਣਾ ਹੈ ਸਭ ਨੇ, ਉਸਨੇ ਦੁੱਖ ਨਹੀਂ ਮੰਨਣਾ ਉਸ ਚੀਜ਼ ਦਾ, ਉਹਨੂੰ ਭਾਣੇ ਦਾ ਕੰਸੈਪਟ ਦੇਖੋ, ਇਹ ਵੀ ਯੂਨੀਕ ਹੈ ਕਿ ਭਾਣੇ ਵਿੱਚ ਹੀ ਜਿਹੜਾ ਹੈ ਉਹ ਰਹਿਣਾ ਹੈ, ਕਿ ਜੋ ਵਰਤਾਏ ਸਾਈ ਜੁਗਤ, ਜੋ ਵਰਤਾ ਦਿੱਤਾ ਹੈ ਇਹ ਉਸ परमात्मा ਦਾ ਇੱਕ सिस्टम है कि उसने जो सो बिनस है पढ़ो आज के काल नानक हर गुण गायल है छाड़ सकल जंजाल, कि इस संसार ਦੇ ਵਿੱਚ जो पैदा होया है आखिरकार उसने इस संसार तो जाना है, तो इस ਨੂੰ ਹੁਕਮ ਦੇ ਵਿੱਚ ਰਹਿਣ ਦੀ, ਭਾਣੇ ਵਿੱਚ ਰਹਿਣ ਦੀ ਜਿਹੜੀ ਗੱਲ ਹੈ ਉਹ ਵੀ ਸਿੱਖ ਧਰਮ ਦੇ ਅੰਦਰ ਇੱਕ ਵਿਲੱਖਣ ਜਿਹੜੀ ਹੈ ਉਹ ਗੱਲ ਨਹੀਂ ਹੈ, ਗੱਲ ਹੈ ਬੁਰਾ ਨਹੀਂ ਸਭ ਭਲਾਈ ਹੈ ਰੇ, ਹਾਰ ਨਹੀਂ ਸਭ ਜਿੱਤੇ। ਕਿਤੇ ਕੋਈ ਪਿੱਛੇ ਹਟਣਾ ਵੀ ਪੈ ਜਾਵੇ तो उस हार नहीं समझना, उन्होंने कहना भी मैं संघर्ष किया है, ये मेरी जित है। असी देखे सिखा दे नाल घल्लूकारे होए हैं, एक दिन के अंदर 35 हज़ार जिहड़े ने वड्डे घल्लूकारे के अंदर शहीदियां होईयां हैं, लेकिन चढ़दी कला का कंसैप्ट जिहड़ा है वो सिख धर्म दे विच है, ये किसी होर धर्म के अंदर नहीं है कि हार होने तो बाद भी हारना नहीं, लेकिन जित नूं समझना है, हार नहीं रहे जिते। और फिर उस तो बाद कुछ को महीनों के वक्फे के अंदर अब्दाली नूं लाहौर के अंदर जा करके भजना पैणियां, और वह फिर सुरंग राही भज के जिहड़ा है वो देश तो बाहर जिहड़ा है वो भज जाता है। ये सिखां दे विरसे विच ही आया है। ये भाई जस्सा सिंह रामगढ़िया, जस्सा सिंह आलूवालिया, नवाब कपूर सिंह, इन्हां सिंघां दे हिस्से विच आया जिन्हां ने गुरमत नूं सही तरीके नाल जिहड़ा है समझिया नहीं है। तो सदा ही ये अपने मन दे विच जिहड़ा है चढ़दी कला दा कंसैप्ट जिहड़े रखते हैं। प्रभ सदा साडा सहाई है, परमात्मा नूं हाजर नाजर समझना और ये समझना कि परमात्मा साडा सहाई है। जीवन संघर्ष विच सदा साथ जिहड़ा है साडा देंदा है वाहिगुरू, अंग संग है साडा। अंग संग समझना, देखो अंग संग असी रोज पढ़ते हैं, लेकिन अंग का मतलब है इन एवरी पार्ट ऑफ आवर बॉडी ही इज विद अस। साडे संघर्ष दे भी साडे नाल है, साडे दुख सुख दे भी साडे नाल है। ये विश्वास गुरबाणी नाल प्रीत पाउण नाल पैदा ते दृढ़ हुंदा है। सिखां दे थोड़ी गिनती के बावजूद शक्तिशाली संघर्ष मुगलों नाल लंबी टक्कर लई ते हजारां की गिनती विच शहीदी घल्लूकारे पर आजाद हस्ती रखी। इन नहीं मनी कि 35,000 भावें एक दिन अंदर शहीद हो गए, लेकिन जिहड़ा है शहनशाह खुद ही को पाखत अपने आप नूं फिर भी शहनशाही समझिया, किसी की ईन नहीं मनी और फिर जाके उन्होंने टकराया। अंत अपना राज कायम किया। बाबा बंदा सिंह बहादुर जी ने राज कायम किया। उस तो बाद जिहड़ा है महाराजा रणजीत सिंह के अंदर राज जिहड़ा है वो कायम होया। तो ये जिहड़ी पूरी वाले राजे कीते, मुगली जहर प्याले पीते की अवस्था ये यूनीक विचारधारा ने की कि मुगलों ने सिंघां दे डर के जिहड़े हैं वो जहर के प्याले पी लए, लेकिन वो जिन्हां दे कोल सिर्फ एक कंबल हुंदा सी छोटा जिहा, वो वाले राजे बना दिते। उन्होंने पातशाहियां बख्श दित्तियां, जिहड़ियां गुरु गोबिंद सिंह पातशाह ने कहा कि इन्हीं को सरदार बनाऊं, राजकरण की रीत सगाऊं, तबे गोबिंद सिंह नाम कहूं, सवा साग से एक लड़ाऊं, चिड़ियों से मैं बाज तोड़ाऊं, तबे गोबिंद सिंह नाम कहूं। तो ये बख्शिशां जिहड़ियां हन, ये चढ़दी कला दा कंसैप्ट जिहड़ा है वो गुरु गोबिंद सिंह महाराज दा सानूं बख्शिश कीता होया है। तो संत अपना राज कायम किया, अहमद शाह वगैरह नूं भाजना पाईयां। सिख धर्म विच कौमी पंथ दे गुरु होने का सिद्धांत है कि जिस वेले गुरु गोबिंद सिंह महाराज जी ने 7 अक्तूबर 1708 नूं नांदेड़ विच जिहड़ी है गुरियाई बख्शिश की है, ते 5 प्यारिਆਂ ਨੂੰ अपने शरीर की जिहड़ी जिम्मेवारी दी है, पंथ शरीर विच ते आत्मा जिहड़ी है ग्रंथ विच जिहड़ी है वो रखी है। तो ये विचार जिहड़े हन, जो इस विचारधारा गुरु ग्रंथ साहब के सिद्धांतां दे विचों उगड़ के आउंदे हन। तो इस नूं गुरु दे शरीर वाले जिहड़े हन वो काम जिहड़े हन खालसे ने जिहड़े हन करने हन। संतां विचों चुने गए 5 प्यारे पंथक मसलियां दे हर संगती रूप विच हल कर सकते हैं। इस आधार पर पंथ गुरमता वास करता है, गुरमता गुरु का फैसला मनिया जाता है। सारे सिख पंथ विच इस गुरमते अगे सीस नवाउंदा है। गुरमते की प्रथा नूं सानू मुड़ सुरजीत करन दी जिहड़ी है लोड़ है। मैं आप जी का समा ज़्यादा ना लैंदा होया, मैं सिर्फ कुछ जिहड़े फॉरन राइटर्स हैं जिन्होंने सिक्खी नूं स्टडी किया है
ਉਹਨਾਂ ਦੇ ਵਿਚਾਰ ਆਪ ਜੀ ਨਾਲ ਸਾਂਝਾ ਕਰਦੇ ਹਾਂ ਕਿ H.L. ਬਰਾਡਸ਼ਾਹ ਜਿਹਨੇ 500 ਜਿਹੜੇ ਰਾਜ ਜਿਹੜੇ ਧਰਮਾਂ ਦੇ ਮੁਤਾਲਾ ਕੀਤਾ, ਐਨਾਲਿਸਿਸ ਕੀਤਾ, ਸਟੱਡੀ ਕੀਤਾ, ਉਸਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਵੱਲੋਂ ਪ੍ਰਚਾਰਿਆ ਧਰਮ ਹੀ ਨਵੇਂ ਯੁੱਗ ਦਾ ਧਰਮ ਹੈ। ਇਹ ਪੂਰਨ ਤੌਰ ਤੇ ਪੁਰਾਣੇ ਧਰਮਾਂ ਦੀ ਥਾਂ ਲੈ ਸਕਦਾ ਹੈ। ਸੱਚਾਈ ਇਹ ਹੈ ਕਿ ਸਿੱਖ ਧਰਮ ਅਜੋਕੇ ਮਨੁੱਖਾਂ ਦੀਆਂ ਸਭ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਹੈ। ਮਿਸ ਡੌਰਥੀ ਫੀਲਡ ਨੇ ਵੀ ਇਹ ਕਿਹਾ ਕਿ ਜੇਕਰ ਸਿੱਖ ਧਰਮ ਨੂੰ ਮਨੁੱਖੀ ਜੀਵਨ ਲਈ ਵੱਧ ਤੋਂ ਵੱਧ ਲਾਭ ਪਹੁੰਚਾਉਣ ਦੇ ਨੁਕਤਾ ਨਿਗਾਹ ਤੋਂ ਦੇਖਿਆ ਜਾਏ ਤਾਂ ਇਹ ਧਰਮ ਸੰਸਾਰ ਵਿੱਚ ਤਕਰੀਬਨ ਇੱਕੋ ਇੱਕ ਅਜਿਹਾ ਧਰਮ ਹੈ ਜਿਹੜਾ ਕਿ ਸਾਰੀ ਮਨੁੱਖਤਾ ਨੂੰ ਅਗਵਾਈ ਦੇ ਸਕਦਾ ਹੈ। ਡਾਕਟਰ ਐਡਮੰਡ ਬਿਟਨਕੋਰਟ ਨੇ ਲਿਖਿਆ ਹੈ, ਸਿੱਖ ਧਰਮ ਹੀ ਇੱਕੋ ਇੱਕ ਅਜਿਹਾ ਜਿਉਂਦਾ ਧਰਮ ਹੈ ਜੋ ਮਨੁੱਖ ਮਾਤਰ ਨੂੰ ਜੀਵਨ ਬਾਰੇ ਨਰੋਇਆ ਦ੍ਰਿਸ਼ਟੀਕੋਣ ਬਖਸ਼ਦਾ ਹੈ। ਇਹ ਸਮੁੱਚਾ ਹੀ ਇੱਕ ਨਵਾਂ ਮੌਲਿਕ, ਸਰਲ ਅਤੇ ਇੱਕ ਰੱਬ ਵਿੱਚ ਵਿਸ਼ਵਾਸ ਰੱਖਣ ਵਾਲਾ ਧਰਮ ਹੈ। ਇਹ ਸੁਤੰਤਰ ਅਤੇ ਸਵੈ ਜਿਹੜਾ ਹੈ ਨਿਰਭਰ ਧਰਮ ਹੈ। ਆਰਨੋਲਡ ਟੋਇਨਬੀ ਨੇ ਇਸ ਬਾਰੇ ਲਿਖਿਆ ਹੈ, ਮਨੁੱਖਤਾ ਦਾ ਧਾਰਮਿਕ ਭਵਿੱਖ ਭਾਵੇਂ ਧੁੰਦਲਾ ਹੋਵੇ, ਇੱਕ ਚੀਜ਼ ਘੱਟੋ ਘੱਟ ਦੇਖੀ ਜਾ ਸਕਦੀ ਹੈ, ਉਹ ਇਹ ਹੈ ਕਿ ਵੱਡੇ ਜੀਵਤ ਧਰਮ ਇੱਕ ਦੂਜੇ ਉੱਤੇ ਪਹਿਲਾਂ ਨਾਲੋਂ ਵੀ ਵਧੇਰੇ ਅਸਰ ਪਾਉਣਗੇ, ਕਿਉਂਕਿ ਧਰਤੀ ਦੇ ਵੱਖ-ਵੱਖ ਇਲਾਕਿਆਂ ਅਤੇ ਮਨੁੱਖਾਂ ਨਾਲ ਵੱਖ-ਵੱਖ ਸ਼ਾਖਾਵਾਂ ਵਿਚਕਾਰ ਸੰਬੰਧ ਵੱਧ ਰਹੇ ਹਨ। ਇਸ ਹੋਣ ਵਾਲੀ ਵਿਚਾਰ ਚਰਚਾ ਵਿੱਚ ਸਿੱਖਾਂ ਦੀ ਧਾਰਮਿਕ ਪੁਸਤਕ ਆਦਿ ਗੁਰੂ ਗ੍ਰੰਥ ਕੇਵਲ ਸੰਸਾਰ ਦੇ ਧਰਮ ਨੂੰ ਕਹਿਣ ਲਈ ਜੋ ਕੁਝ ਹੈ ਉਸ ਦੀ ਖਾਸ ਮਹੱਤਤਾ ਅਤੇ ਕੀਮਤ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਉੱਤਮ ਪੰਥ ਸੁਣਿਓ ਗੁਰ ਸੰਗਤ ਤੈ ਮਿਲੰਦ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। तो ये विचार आप जी के सामने दास ने रखने की निवेकली थोड़ी जी जरूरत की है। विचार करदे अनेक भुलां हो गई होणगियां, उसकी आप पासों खिमा मंगदा होया फतेह बुलाना जी। वाहिगुरू जी का खालसा, वाहिगुरू जी की फतेह।